सोरठ महला तीजा दो तुकी निगुणिया नो आपे बख्श लाए भाई सतगुर की सेवा लाए सतगुर की सेवा उत्तम है भाई राम नाम चित लाए निगुणिया नो आपे बख्श लाए भाई सतगुर की सेवा लाए सतगुर की सेवा उत्तम है भाई राम नाम चित लाए हर जियो आपे बख्श मिलाए गुणहीन हम अपराधी पाई पूरा सरगुर लैर लाए हर जियो आपे बख्श मिलाए गुणहीन हम अपराधी पाई पूरा सतगुर लैर लाए रहाओ। वाहिगुरु जी का खालसा वाहिगुरु जी की फतेह। जुग जुग अटल लोक परलोक दे राखे चवर छतर तखत दे मालक दो जहान दे वाले निमाणियां दे मान निताणियां दे तान धन धन साहिब श्री गुरु ग्रंथ साहिब सच्चे पातशाह जी दी पावन पवित्र हजूरी च गुरुद्वारा मंजी साहिब दीवान हाल विखे जुड़ बैठी साध संगत जी एक बारी फिर फतेह प्रवान करो। वाहिगुरु जी का खालसा वाहिगुरु जी की फतेह। जिन्ने को अज आपां सतगुरां दी पावन पवित्र गोद विच सतगुरां नूं सुणन वास्ते बैठे हैं बहुत वड्डे भागां वाले आ वडियाई दे पात्र आ। जिस सतगुरु नूं असीं नतमस्तक हुंदे आ जिस सतगुरु दी असीं सेवा करदे आ जिस सतगुरु दे स्थान दे असीं दर्शन करदे आ ਉਹ सतगुरु जी सानू की समझाउंदे है की आखदे है ये असीं सुनना है गुरु प्यारिओ और सुनना भी चाहिए। जिस सतगुरु ते असीं भरोसा रखते हाँ जिस सतगुरु दे अगे असीं अरदास बेनती करते हाँ अपनियां छोटियां वड्डियां इच्छावां जिहड़ियां जिस सतगुरु दे अगे असीं रखते हाँ उस सतगुरु नूं सुनना भी चाहिए। बजुर्ग हुंदा है ना बापू करे पुत्र परदेस रहिंदा है शहर रहिंदा है मिलण आउंदा है कल्ले नमस्कार करके वापस मुड़ जाए ते बापू नूं चंगा नहीं लगदा। चंगा उदों लगदा है जदों पुत्र जिहड़ा बापू दे कोल बैठ के कुछ अपने मन दियां कहंदा है कुछ बापू दियां सुणदा है। इवें सतगुरु जी साडे पिता ने
ਅਸੀਂ ਅਰਦਾਸ ਦੇ ਰਾਹੀਂ ਆਪਣੇ ਮਨ ਦੀਆਂ ਕਹਿ ਜਾਂਦੇ ਹਾਂ, ਪਰ ਸਤਿਗੁਰੂ ਕੀ ਕਹਿੰਦੇ ਨੇ, ਸਤਿਗੁਰੂ ਕੀ ਸਮਝਾਉਂਦੇ ਨੇ, ਇਹ ਵੀ ਸੁਣਨਾ ਗੁਰੂ ਪਿਆਰਿਓ ਸਾਡੇ ਵਾਸਤੇ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਹੁਕਮ ਸਾਡੀ ਝੋਲੀ ਪਿਆ, ਉਸ ਹੁਕਮ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਆਦੇਸ਼ ਕਰਦੇ ਹੈ, ਕੀ ਸੰਦੇਸ਼ ਦਿੰਦੇ ਹੈ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕਰਕੇ ਲੈ ਜਾਣਾ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, 8 ਪਦਿਆਂ ਦਾ, ਅਸ਼ਟਪਦੀ ਹੈ, ਸੋਰਠ ਰਾਗ ਦੇ ਅੰਦਰ। ਇਹਦੇ 'ਚ ਇੱਕ ਰਹਾਉ ਦੀ ਪੰਕਤੀ ਹੈ। ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ ਹੋਇਆ ਹੈ। ਆਪਾਂ ਜੇ ਰਹਾਉ ਦੀ ਪੰਕਤੀ ਵੱਲ ਧਿਆਨ ਮਾਰੀਏ ਨਾ ਗੁਰੂ ਪਿਆਰਿਓ, ਰਹਾਉ ਦੀ ਪੰਕਤੀ ਤੇ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਧਿਆਨ ਦਿਓ, ਕਹਿੰਦੇ ਹਰ ਜੀਓ। ਜੀਓ ਸ਼ਬਦ ਜਿਹੜਾ ਇਹ ਸਤਿਕਾਰਵਾਚੀ ਹੈ। ਜਿਵੇਂ ਅਸੀਂ ਕਿਸੇ ਨੂੰ ਬੁਲਾਉਣਾ ਨਾ, ਭਾਈ ਸਾਹਿਬ ਜੀਓ, ਜੀਓ ਸ਼ਬਦ ਜਿੰਦ ਦੇ ਅਰਥਾਂ 'ਚ ਵੀ ਆਉਂਦਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ, ਉੱਥੇ ਜੀਓ ਜਿੰਦ ਤੋਂ ਭਾਵ ਹੈ, ਜੀ ਤੋਂ ਭਾਵ ਹੈ। ਇੱਥੇ ਜੀਓ ਸ਼ਬਦ ਜਿਹੜਾ ਉਹ ਸਤਿਕਾਰਵਾਚੀ ਹੈ। ਕਹਿੰਦੇ ਹਰ ਜੀਓ ਆਪੇ ਬਖਸ਼ ਮਲਾਏ। ਇੱਕ ਸਿਧਾਂਤ ਹੈ ਗੁਰੂ ਪਿਆਰਿਓ ਸਾਡਾ ਸਿਧਾਂਤ ਕਹਿ ਲਓ, ਗੁਰਮਤਿ ਦਾ ਸਿਧਾਂਤ ਕਹਿ ਲਓ, ਗੁਰਬਾਣੀ ਦਾ ਸਿਧਾਂਤ ਕਹਿ ਲਓ, ਉਹਨੂੰ ਹਮੇਸ਼ਾ ਅਸੀਂ ਯਾਦ ਰੱਖਣਾ, ਚੇਤੇ ਰੱਖਣਾ। ਔਰ ਉਹ ਸਿਧਾਂਤ ਕੀ ਹੈ? ਉਹ ਸਿਧਾਂਤ ਹੈ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਹੈ। ਉਹ ਸਿਧਾਂਤ ਹੈ ਕਿ ਜੇ ਵਾਹਿਗੁਰੂ ਕਿਰਪਾ ਕਰੇ, ਵਾਹਿਗੁਰੂ ਬਖਸ਼ਿਸ਼ ਕਰੇ ਤੇ ਮਨੁੱਖ ਗੁਰੂ ਵਾਲਾ ਬਣਦਾ ਹੈ, ਗੁਰੂ ਮਿਲਦਾ ਹੈ। ਤੇ ਜੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਤੇ ਫਿਰ ਵਾਹਿਗੁਰੂ ਮਿਲਦਾ ਹੈ। ਇਹ ਸਾਡਾ ਸਿਧਾਂਤ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਮਿਲਦਾ ਹੈ ਔਰ ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਮਨੁੱਖ ਗੁਰੂ ਨਾਲ ਜੁੜਦਾ ਹੈ। ਇਹਨੂੰ ਅਸੀਂ ਇਉਂ ਸਮਝ ਲਈਏ ਗੁਰੂ ਪਿਆਰਿਓ, ਵੀ ਜਿਵੇਂ ਘਰ ਦੇ ਵਿੱਚ ਪਿਤਾ ਜਿਹੜਾ ਹੈ ਉਹਦੇ ਧੋਤੇ ਸਾਫ਼ ਸੁਥਰੇ ਸਫੇਦ ਕੱਪੜੇ ਪਾਏ, ਬੱਚਾ ਛੋਟਾ ਹੈ, ਮਿੱਟੀ ਦੇ ਨਾਲ ਖੇਡਦਾ ਪਿਆ, ਮਿੱਟੀ ਨਾਲ ਲਿਬੜਿਆ। ਬੱਚੇ ਨੇ ਆਪਣੇ ਪਿਤਾ ਨੂੰ ਤੱਕਿਆ ਤੇ ਪਿਤਾ ਵੱਲ ਬਾਹਾਂ ਉਲਾਰਤੀਆਂ ਵੀ ਮੈਨੂੰ ਆਪਣੀ ਗੋਦ ਚੁੱਕ ਲੈ। ਜਦੋਂ ਬੱਚੇ ਨੇ ਆਪਣੇ ਪਿਤਾ ਵੱਲ ਆਪਣੀਆਂ ਬਾਹਾਂ ਉਲਾਰੀਆਂ ਤੇ ਉਹਦੀਆਂ ਅੱਖਾਂ ਨੇ ਆਪਣੇ ਪਿਤਾ ਨੂੰ ਇਸ਼ਾਰੇ ਦੇ ਨਾਲ ਦੱਸਿਆ ਕਿ ਮੈਂ ਤੇਰੀ ਗੋਦ ਵਿੱਚ ਆਉਣਾ ਚਾਹੁੰਦਾ, ਪਰ ਬਾਪ ਨੇ ਦੇਖਿਆ ਕਿ ਬੱਚਾ ਮਿੱਟੀ ਨਾਲ ਲਿਬੜਿਆ ਹੋਇਆ ਹੈ, ਗਾਰੇ ਨਾਲ ਲਿਬੜਿਆ ਹੋਇਆ ਹੈ। ਹੁਣ ਬਾਪ ਚੁੱਕਣਾ ਚਾਹੁੰਦਾ ਹੈ ਬੱਚੇ ਨੂੰ, ਤੇ ਫਿਰ ਉਹ ਕੀ ਕਰਦਾ ਹੈ? ਉਹ ਬੱਚੇ ਦੀ ਮਾਂ ਨੂੰ ਕਹਿੰਦਾ ਹੈ ਕਿ ਇਸ ਬੱਚੇ ਨੂੰ ਨਵਾ ਧਵਾ ਕੇ ਇਹਦੇ ਸੁੰਦਰ ਵਸਤਰ ਪਾ ਦੇ। ਮਾਂ ਜਦੋਂ ਬੱਚੇ ਨੂੰ ਨਵਾ ਧਵਾ ਕੇ ਸੋਹਣੇ ਸਾਫ਼ ਸੁਥਰੇ ਕੱਪੜੇ ਪਾ ਦਿੰਦੀ ਹੈ, ਫਿਰ ਬੱਚਾ ਜਿਹੜਾ ਹੈ ਉਹ ਬਾਪ ਦੀ ਗੋਦੀ 'ਚ ਚਲਾ ਜਾਂਦਾ। ਬਸ ਇਹ ਸਮਝ ਲਓ ਗੁਰੂ ਪਿਆਰਿਓ ਕਿ ਅਸੀਂ ਵਿਕਾਰਾਂ ਦੇ ਨਾਲ ਲਿਬੜੇ ਬੱਚੇ ਹਾਂ, ਤੇ ਜਦੋਂ ਸਾਡੀਆਂ ਨਜ਼ਰਾਂ ਨੇ, ਸਾਡੀ ਜ਼ੁਬਾਨ ਨੇ, ਸਾਡੀ ਕਰਨੀ ਨੇ ਪਰਮੇਸ਼ਵਰ ਵੱਲ ਤੱਕਿਆ ਕਿ ਹੇ ਵਾਹਿਗੁਰੂ ਅਸੀਂ ਤੇਰੀ ਗੋਦ 'ਚ ਸਮਾਉਣਾ ਹੈ, ਤੇ ਫਿਰ ਵਾਹਿਗੁਰੂ ਕਿਰਪਾ ਕਰਦਾ ਹੈ, ਗੁਰੂ ਨਾਲ ਜੋੜ ਦਿੰਦਾ ਹੈ ਤੇ ਗੁਰੂ ਵਿਕਾਰਾਂ ਦੀ ਗੰਦਗੀ, ਵਿਕਾਰਾਂ ਦੀ ਮੈਲ ਲਾਹ ਦਿੰਦਾ ਸਾਰੀ। ਤੇ ਜਦੋਂ ਗੁਰੂ ਵਿਕਾਰਾਂ ਦੀ ਗੰਦਗੀ, ਵਿਕਾਰਾਂ ਦੀ ਮੈਲ ਸਾਰੀ ਲਾਹ ਦਿੰਦਾ ਨਾ, ਤੇ ਫਿਰ ਬੱਚਾ ਅਕਾਲ ਪੁਰਖ ਪਰਮੇਸ਼ਵਰ ਦੀ ਗੋਦ 'ਚ ਚਲਾ ਜਾਂਦਾ, ਆਨੰਦ 'ਚ ਚਲਾ ਜਾਂਦਾ।
ਪਰਮਾਤਮਾ ਦੀ ਗੋਦ ਦੇ ਵਿੱਚ, ਵਾਹਿਗੁਰੂ ਦੀ ਗੋਦ ਦੇ ਵਿੱਚ ਜਾਣ ਵਾਸਤੇ ਸਰੀਰ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ ਗੁਰੂ ਪਿਆਰਿਓ। ਹਾਂ, ਹੋ ਸਕਦਾ ਕਿਸੇ ਮਤ ਦੇ ਵਿੱਚ, ਕਿਸੇ ਮਤਾਂਤਰ ਦੇ ਵਿੱਚ ਹੋਵੇ ਇਹ ਨਿਯਮ, ਪਰ ਸਿੱਖ ਮਤ ਦੇ ਵਿੱਚ ਜਾਂ ਗੁਰਮਤ ਅਨੁਸਾਰ ਸੰਸਾਰ ਦੇ ਅੰਦਰ ਸਰੀਰ ਦੇ ਵਿੱਚ ਰਹਿੰਦਾ ਜੀਵ ਜਿਹੜਾ ਹੈ ਉਹ ਅਕਾਲ ਪੁਰਖ ਦੀ ਗੋਦ 'ਚ ਖੇਡ ਸਕਦਾ ਹੈ। ਇਹਨੂੰ ਕਹਿੰਦੇ ਹੈ ਜੀਵਨ ਮੁਕਤ ਅਵਸਥਾ। ਜ਼ਿੰਦਗੀ ਜਿਉਂਦਿਆਂ ਉਹ ਪਰਮੇਸ਼ਵਰ ਦੀ ਗੋਦ ਦਾ ਆਨੰਦ ਜਿਹੜਾ ਹੈ ਉਹ ਮਾਣ ਸਕਦਾ ਹੈ। ਤੇ ਇਸ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਇਹੋ ਹੀ ਸਾਨੂੰ ਸਮਝਾਉਂਦੇ ਹੈ ਕਿ ਵਾਹਿਗੁਰੂ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਉਹ ਆਪ ਬਖਸ਼ ਕੇ ਆਪਣੇ ਨਾਲ ਮਿਲਾਉਂਦਾ ਹੈ, ਆਪਣੇ ਨਾਲ ਮਿਲਾਉਂਦਾ ਹੈ। ਕਿਵੇਂ ਮਿਲਾਉਂਦਾ ਹੈ? ਬਖਸ਼ਿਸ਼ ਕਰਕੇ, ਦਇਆ ਕਰਕੇ, ਤਰਸ ਕਰਕੇ, ਕਰੁਣਾ ਕਰਕੇ। ਤੇ ਬਖਸ਼ਿਸ਼, ਤਰਸ, ਕਰੁਣਾ ਕਦੋਂ ਕਰਦਾ ਹੈ? ਜਦੋਂ ਉਹਦੀ ਅਸੀਂ ਬਖਸ਼ਿਸ਼ ਦੇ ਪਾਤਰ ਬਣਦੇ ਹਾਂ, ਜਦੋਂ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਦੇ ਹਾਂ, ਤਰਸ ਦੇ ਪਾਤਰ ਬਣਦੇ ਹਾਂ। ਤੇ ਦੂਜੀ ਪੰਕਤੀ 'ਚ ਸਤਿਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਗੁਣਹੀਨ ਹਮ ਅਪਰਾਧੀ ਭਾਈ। ਧੰਨ ਗੁਰੂ ਮਾਫ ਕਰਨਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਪੁਰਖੋ ਜੇ ਵਾਹਿਗੁਰੂ ਦੀ ਰਹਿਮਤ ਦੇ ਪਾਤਰ ਬਣਨਾ ਹੈ ਨਾ, ਉਹਦੀ ਕਿਰਪਾ ਦੇ ਪਾਤਰ ਬਣਨਾ ਹੈ, ਤੇ ਫਿਰ ਇਹ ਬੇਨਤੀ ਤਾਂ ਕਰਨੀ ਪੈਣੀ ਹੈ, ਗੁਣਹੀਨ ਹਮ ਅਪਰਾਧੀ ਭਾਈ। ਹੁਣ ਮੰਗਤਾ ਹੁੰਦਾ ਨਾ ਗੁਰੂ ਪਿਆਰਿਓ, ਕਿਸੇ ਘਰ ਦੇ ਅੱਗੇ ਜਾ ਕੇ ਉਹ ਮੰਗਦਾ ਹੈ, ਉਹ ਕੀ ਕਹਿੰਦਾ ਹੈ? ਮੈਨੂੰ ਭੁੱਖ ਲੱਗੀ ਹੈ, ਆ ਦੇਖੋ ਜੀ ਮੇਰੇ ਕੋਲੇ ਕੱਪੜੇ ਨਹੀਂ ਹੈ ਜੀ, ਮੇਰੇ ਕੱਪੜੇ ਪਾਟੇ ਹੈ ਜੀ, ਆ ਦੇਖੋ ਜੀ ਮੇਰੇ ਨਾਲ ਬੱਚਾ ਜੀ, ਇਹਨੇ 3 ਦਿਨ ਹੋ ਗਏ ਕੁਝ ਖਾਧਾ ਨਹੀਂ ਹੈ ਜੀ। ਫੇਰ ਘਰ ਦਾ ਜੀ ਤਰਸ ਕਰਦਾ ਹੈ ਤੇ ਉਹਨੂੰ ਕੁਝ ਨਾ ਕੁਝ ਦਿੰਦਾ। ਤੇ ਜੇ ਮੰਗਤਾ ਜਿਹੜਾ ਹੈ ਉਹ ਆਖੇ ਕਿ ਮੈਨੂੰ ਦਿਓ ਜੀ ਕੁਝ, ਵੈਸੇ ਭੁੱਖ ਤਾਂ ਮੈਨੂੰ ਲੱਗੀ ਨਹੀਂ, ਕੱਪੜਿਆਂ ਦੀ ਤਾਂ ਮੈਨੂੰ ਕੋਈ ਲੋੜ ਨਹੀਂ, ਜ਼ਰੂਰਤ ਨਹੀਂ ਹੈ, ਆ ਮੇਰਾ ਬੱਚਾ ਵੀ ਨਾਲ ਰੱਜਿਆ ਪੁੱਜਿਆ ਜੀ। ਤੇ ਫਿਰ ਗੁਰੂ ਪਿਆਰਿਓ ਘਰ ਦਾ ਜੀ ਕਦੇ ਵੀ ਜਾਚਕ ਨੂੰ, ਕਦੇ ਵੀ ਮੰਗਤੂ ਨੂੰ ਕੁਝ ਦਿੰਦਾ ਨਹੀਂ। ਉਹ ਕਹਿੰਦਾ ਜਦੋਂ ਤੇਰੇ ਕੋਲੇ ਹੈਗਾ, ਰੱਜਿਆ ਫਿਰਦਾ ਹੈ, ਸਾਰਾ ਕੁਝ ਤੇਰੇ ਕੋਲੇ ਹੈ, ਤੇ ਫਿਰ ਤੂੰ ਆਇਆ ਕੀ ਲੈਣ? ਤੁਰਿਆ ਫਿਰ ਜਿੱਥੇ ਮਰਜੀ। ਉਵੇਂ ਗੁਰੂ ਪਿਆਰਿਓ ਜਦੋਂ ਅਸੀਂ ਗੁਰੂ ਦੇ ਸਨਮੁਖ ਹੋਣਾ ਹੈ, ਜਦੋਂ ਅਸੀਂ ਅਕਾਲ ਪੁਰਖ ਦੇ ਨਿਮਿਤ ਗੁਰੂ ਦੇ ਅੱਗੇ ਜੋਦੜੀ ਕਰਨੀ ਹੈ, ਉਦੋਂ ਸਾਨੂੰ ਫਿਰ ਇਹ ਬਚਨ ਕਹਿਣੇ ਪੈਣੇ ਆ, ਮੰਨਣੇ ਪੈਣੇ ਆ ਗੁਰੂ ਪਿਆਰਿਓ ਕਿ ਅਸੀਂ ਗੁਣਹੀਣੇ ਆ। ਪਰ ਅਸੀਂ ਤਾਂ ਆਪਣੇ ਆਪ ਨੂੰ ਗੁਣਵਾਨ ਸਮਝਦੇ ਵੀ ਸਾਡੇ 'ਚ ਕਿਹੜੇ ਗੁਣ ਦੀ ਘਾਟ ਹੈ? ਅਸੀਂ ਤਾਂ ਸਾਰੇ ਗੁਣ ਹੀ ਪੂਰਨ ਹੈ ਸਾਡੇ 'ਚ। ਤਾਂ ਅਸੀਂ ਤਾਂ ਸਿਆਣੇ ਬਹੁਤ ਹੈ, ਅਸੀਂ ਕਮਲੇ ਹਾਂ ਕਿਤੇ, ਸਾਡੇ ਘਰੇ ਤਾਂ ਸਾਰਾ ਕੁਝ ਹੀ ਹੈ, ਸਾਨੂੰ ਜ਼ਰੂਰਤ ਹੈ ਕਿਸੇ ਗੱਲ ਦੀ। ਅਸੀਂ ਤਾਂ ਵਿਦਵਾਨ ਹੀ ਬਹੁਤ ਹੈ, ਸਾਡੇ 'ਚ ਤਾਂ ਸਰੀਰਕ ਬਲ ਬਹੁਤ ਹੈ, ਸਾਡੀ ਤਾਂ ਪਹੁੰਚ ਹੀ ਬਹੁਤ ਦੂਰ ਤੱਕ ਹੈ, ਅਸੀਂ ਕੀ ਲੈਣਾ ਕਿਸੇ ਤੋਂ? ਇਸੇ ਕਰਕੇ ਬਾਣੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਬਹੁਤ ਜਗ੍ਹਾ ਇਹ ਸਮਝਾਇਆ ਹੈ ਕਿ ਜਦੋਂ ਗੁਰੂ ਦੇ ਅੱਗੇ ਅਕਾਲ ਪੁਰਖ ਦੇ ਨਿਮਿਤ ਖੜਨਾ ਹੈ, ਉਦੋਂ ਇਹੋ ਹੀ ਆਖਣਾ ਹੈ ਕਿ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ। ਉਦੋਂ ਤਾਂ ਇਹੋ ਹੀ ਆਖਣਾ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਹੇ ਵਾਹਿਗੁਰੂ, ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ, ਸਾਡੇ 'ਚ ਤਾਂ ਇੰਨੇ ਔਗਣ ਹੈ, ਤੇ ਜੇ ਅਸੀਂ ਆਖਿਓ ਸਾਡੇ 'ਚ ਤਾਂ ਔਗਣ ਹੀ ਕੋਈ ਨਹੀਂ, ਸਾਡੇ 'ਚ ਤਾਂ ਕਮੀ ਕੋਈ ਨਹੀਂ। ਹੈਗੇ ਬਹੁਤ ਸਾਰੇ ਲੋਕ ਜਿਹੜੇ ਗੁਰੂ ਦੇ ਅੱਗੇ ਖੜੋ ਕੇ ਵੀ ਗੁਰੂ ਪਿਆਰਿਓ ਮਾਫੀ ਮੰਗਣੋਂ ਝਿਜਕਦੇ ਆ, ਕਹਿੰਦੇ ਲੈ ਅਸੀਂ ਕਿਹੜਾ ਕੋਈ ਗਲਤੀ ਕੀਤੀ। ਚਲੋ ਬੰਦਿਆਂ ਦੇ ਅੱਗੇ ਗੁਰੂ ਪਿਆਰਿਓ ਕਹਿ ਦਿਓ ਇਹ ਗੱਲ, ਗੁਰੂ ਅੱਗੇ ਕਿਵੇਂ ਸੋਚ ਸਕਦਾ ਸਿੱਖ? ਮੈਂ ਗੁਰੂ ਅੱਗੇ ਕਿਉਂ ਖੜੋ ਕੇ ਕਿਉਂ ਆਖਾਂ ਮੈਂ ਗਲਤੀ ਕੀਤੀ ਹੈ? ਮੈਂ ਗਲਤੀ ਕੀਤੀ ਨਹੀਂ। ਅਸੀਂ ਗਲਤੀਆਂ ਦੇ ਪੁਤਲੇ ਹਾਂ, ਮਨੁੱਖ ਹੈ ਹੀ ਗਲਤੀਆਂ ਦਾ ਪੁਤਲਾ। ਕੁਝ ਗਲਤੀਆਂ ਹੁੰਦੀਆਂ ਗੁਰੂ ਪਿਆਰਿਓ ਜਿਹੜੀਆਂ ਜਾਣੇ ਹੁੰਦੀਆਂ, ਕੁਝ ਗਲਤੀਆਂ ਅਣਜਾਣੇ ਹੁੰਦੀਆਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਗਲਤੀ ਕੀਤੀ ਹੈ।
ਕੁਝ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦਾ ਸਾਨੂੰ ਪਤਾ ਹੁੰਦਾ ਹੈ ਅਸੀਂ ਜਾਣਬੁੱਝ ਕੇ ਕੀਤੀਆਂ। ਕੁਝ ਪਾਪ ਅਜਿਹੇ ਹੁੰਦੇ ਆ ਜਿਹੜੇ ਮਿੱਥ ਕੇ ਕੀਤੇ ਹੁੰਦੇ ਆ, ਕੁਝ ਪਾਪ ਅਜਿਹੇ ਹੁੰਦੇ ਆ ਜਿਹੜੇ ਸੁਤੇ ਸਿੱਧ ਹੁੰਦੇ ਆ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਤੋਂ ਕੁਝ ਮਾੜਾ ਹੋਇਆ। ਇਸ ਕਰਕੇ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਦੇ ਅੱਗੇ ਸਿੱਖ ਕਰਦਾ ਹੈ, ਔਰ ਕਰਨੀਆਂ ਵੀ ਚਾਹੀਦੀਆਂ ਨੇ। ਫੇਰ ਸਤਿਗੁਰੂ ਦਇਆ ਕਰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਗੁਣਹੀਣ ਹਮ ਅਪਰਾਧੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਪੂਰਨ ਗੁਰੂ ਨੇ, ਉਹਨਾਂ ਨੇ ਕੋਈ ਅਪਰਾਧ ਕੀਤਾ ਨਹੀਂ। ਗੁਰੂ ਪਿਆਰਿਓ, ਉਹ ਸਾਨੂੰ ਸਮਝਾ ਰਹੇ ਨੇ ਕਿ ਹੇ ਭਾਈ, ਜਦੋਂ ਅਰਦਾਸ ਕਰਨੀ ਹੈ, ਜਦੋਂ ਗੁਰੂ ਅੱਗੇ ਖੜਾਉਣਾ ਹੈ, ਜਦੋਂ ਪਰਮੇਸ਼ਵਰ ਦੇ ਨਿਮਿਤ ਜਿਹੜਾ ਹੈ ਉਹ ਤੁਸੀਂ ਖੜਨਾ ਹੈ, ਉਦੋਂ ਇਹ ਕਹਿਣਾ। ਫਿਰ ਕੀ ਹੋਊਗਾ ਮਹਾਰਾਜ ਕਹਿੰਦੇ, ਪੂਰਾ ਸਤਿਗੁਰ ਲਏ ਰਲਾਏ। ਫਿਰ ਪੂਰਾ ਸਤਿਗੁਰੂ ਜਿਹੜਾ ਹੈ ਉਹ ਰਲਾ ਲੈਂਦਾ ਜੀਵ ਨੂੰ, ਆਪਦੇ ਨਾਲ ਮਿਲਾ ਲੈਂਦਾ, ਆਪਦੇ ਨਾਲ ਮਿਲਾ ਲੈਂਦਾ। ਅਸੀਂ ਸਮਾਜ 'ਚ ਦੇਖੀਏ, ਸਾਨੂੰ ਪਤਾ ਨਹੀਂ ਹੈ, ਬੱਚੇ ਨੇ ਬਾਹਰ ਕੋਈ ਗਲਤੀ ਕਰਤੀ ਤੇ ਜਦੋਂ ਘਰੇ ਆਇਆ ਬੱਚਾ ਤੇ ਆਪਣੀ ਮਾਂ ਨੂੰ ਜਾਂ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਅੱਜ ਨਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ ਹੈ। ਜੇ ਉਹ ਨਾ ਦੱਸਦਾ ਤੇ ਬਾਪ ਨੂੰ, ਮਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ। ਪਰ ਫਿਰ ਵੀ ਸ੍ਰਿਸ਼ਟਾਚਾਰ ਦੇ ਨਾਤੇ ਉਹ ਆਪਣੀ ਮਾਂ ਦਾ, ਪਿਤਾ ਦਾ ਅਦਬ ਕਰਦਿਆਂ ਕਹਿੰਦਾ ਹੈ ਕਿ ਅੱਜ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਪਿਤਾ ਜੀ ਖਿਮਾ ਕਰਿਓ ਜੀ। ਤੇ ਫਿਰ ਕਿਹੜੀ ਮਾਂ ਹੈ, ਕਿਹੜਾ ਬਾਪ ਹੈ ਜਿਹੜਾ ਬੱਚੇ ਨੂੰ ਕਹਿੰਦਾ, ਕੋਈ ਨਹੀਂ ਪੁੱਤ, ਗਾਂ ਨੂੰ ਧਿਆਨ ਰੱਖੀ, ਤੇ ਆਪਣੀ ਛਾਤੀ ਨਾਲ ਨਹੀਂ ਲਾਉਂਦਾ। ਤੇ ਗੁਰੂ ਤਾਂ ਜਾਣਦਾ ਹੈ, ਗੁਰੂ ਤਾਂ ਅੰਤਰਜਾਮੀ ਹੈ, ਗੁਰੂ ਤਾਂ ਜਾਣਦਾ ਹੈ, ਗੁਰੂ ਤਾਂ ਅੰਤਰਜਾਮੀ ਹੈ। ਗੁਰੂ ਨੂੰ ਤਾਂ ਪਤਾ ਹੈ ਕਿ ਅਸੀਂ ਸਮਾਜ ਦੇ ਵਿੱਚ ਕੀ ਕਰਦੇ ਹਾਂ, ਕੀ ਸੋਚਦੇ ਹਾਂ, ਕੀ ਖਾਂਦੇ ਹਾਂ, ਕੀ ਪੀਂਦੇ ਹਾਂ। ਇਸ ਕਰਕੇ ਗੁਰੂ ਅੱਗੇ ਖੜੋ ਕੇ ਇਹ ਕਹਿਣਾ ਕਿ ਸਤਿਗੁਰੂ ਜੀ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰਿਓ ਜੀ। ਤੇ ਫਿਰ ਸਤਿਗੁਰੂ ਵੀ ਆਪਣੀ ਛਾਤੀ ਨਾਲ ਲਾ ਲੈਂਦੇ ਨੇ, ਮਿਲਾ ਲੈਂਦੇ ਨੇ ਆਪਣੇ ਨਾਲ। ਤਾਂ ਮਹਾਰਾਜ ਕਹਿੰਦੇ ਨੇ, ਪੂਰਾ ਸਤਿਗੁਰ ਲਏ ਰਲਾਏ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਹਾਉ ਦੀ ਪੰਕਤੀ 'ਚ ਸਾਨੂੰ ਸਮਝਾਉਂਦੇ। ਹੁਣ ਸਮੁੱਚੇ ਸ਼ਬਦ 'ਚ ਕੀ ਦੱਸਦੇ ਨੇ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ ਹੈ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਦੋ ਤੁਕੀ। ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਸੋਰਠ ਰਾਗ ਦਾ ਨਾਂ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਬਦ ਹੈ। ਅੱਗੇ ਇੱਕ ਸਿਰਲੇਖ ਹੈ, ਦੋ ਤੁਕੀ। ਅਸ਼ਟਪਦੀ ਹੈ 8 ਪਦਿਆਂ ਦੀ, ਤੇ ਇੱਕ ਪਦਾ ਜਿਹੜਾ ਉਹ ਦੋ ਦੋ ਤੁਕਾਂ ਦਾ ਹੈ। ਇਸ ਕਰਕੇ ਮਹਾਰਾਜ ਨੇ ਸਿਰਲੇਖ ਦੇ ਵਿੱਚ ਲਿਖਿਆ ਦੋ ਤੁਕੀ, ਦੋ ਦੋ ਤੁਕਾਂ ਦਾ ਇੱਕ ਪਦ ਹੈ ਤੇ 8 ਪਦਿਆਂ ਦਾ ਪੂਰਾ ਸ਼ਬਦ ਹੈ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕੀ ਕਹਿੰਦੇ ਨੇ, ਜਿਵੇਂ ਇੱਕ ਬਜ਼ੁਰਗ ਮਾਤਾ, ਬਜ਼ੁਰਗ ਬਾਪੂ, ਦਾਦਾ ਜਾਂ ਦਾਦੀ ਆਪਣੀ ਗੋਦ 'ਚ ਬਿਠਾ ਕੇ ਆਪਣੇ ਪੋਤਰੇ ਪੋਤਰੀਆਂ ਨੂੰ ਸਮਝਾਉਂਦੇ ਆ ਨਾ, ਲਾਡ ਨਾਲ, ਪਿਆਰ ਨਾਲ, ਇਉਂ ਸਤਿਗੁਰੂ ਜੀ ਸਿੱਖਾਂ ਨੂੰ ਸਮਝਾਉਂਦੇ ਆ। ਕੀ ਕਹਿੰਦੇ ਨੇ, ਪਹਿਲੀ ਪੰਕਤੀ 'ਚ ਧਿਆਨ ਦਿਓ ਜੇ, ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਭਾਈ ਜਿਹੜੇ ਨਿਗੁਣੇ ਹੁੰਦੇ ਆ ਨਾ, ਨਿਗੁਣੇ, ਨਿਗੁਣੇ ਦਾ ਮਤਲਬ ਹੈ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੁੰਦਾ, ਜਿਨ੍ਹਾਂ 'ਚ ਕੋਈ ਗੁਣ ਨਹੀਂ ਹੁੰਦਾ। ਨਾ ਦਇਆ ਹੁੰਦੀ ਹੈ, ਨਾ ਸੰਤੋਖ ਹੁੰਦਾ ਹੈ, ਨਾ ਸਬਰ ਹੁੰਦਾ ਹੈ, ਨਾ ਸ਼ੁਕਰ ਹੁੰਦਾ ਹੈ, ਨਾ ਧਰਮ ਹੁੰਦਾ ਹੈ, ਨਾ ਸੱਤ ਹੁੰਦਾ ਹੈ। ਕੋਈ ਗੁਣ ਨਹੀਂ ਹੁੰਦਾ। ਨਾ ਬੋਲਣ ਦਾ ਪਤਾ, ਨਾ ਸੁਣਨ ਦਾ ਪਤਾ, ਨਾ ਉੱਠਣ ਦਾ ਪਤਾ, ਨਾ ਬੈਠਣ ਦਾ ਪਤਾ।
ਉਹ ਹੁੰਦੇ ਆ ਨਿਗੁਣੇ। ਸਤਿਗੁਰੂ ਜੀ ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਹੇ ਭਾਈ, ਉਹ ਜਿਹੜਾ ਮਾਲਕ ਹੈ ਨਾ ਵਾਹਿਗੁਰੂ, ਕਹਿੰਦੇ ਉਹ ਨਿਗੁਣਿਆਂ ਨੂੰ ਆਪ ਬਖਸ਼ਦਾ, ਆਪ ਬਖਸ਼ਿਸ਼ ਕਰਦਾ ਨਿਗੁਣਿਆਂ ਤੇ। ਪਰ ਕਿਹੜੇ ਨਿਗੁਣਿਆਂ ਤੇ? ਜਿਹੜੇ ਇਹ ਗੱਲ ਮੰਨਦੇ ਆ ਵੀ ਅਸੀਂ ਨਿਗੁਣੇ ਹੈਗੇ ਆ। ਅੱਜ ਅਸੀਂ ਦੇਖਦੇ ਆ ਨਾ ਸਮਾਜ ਦੇ ਵਿੱਚ ਬੰਦਾ ਬਦਤਮੀਜ਼ ਹੈ, ਬੋਲਣ ਦੀ ਤਮੀਜ਼ ਨਹੀਂ ਹੈ, ਨਾ ਵੱਡੇ ਨੂੰ ਨਾ ਛੋਟੇ ਨੂੰ, ਲੇਕਿਨ ਉਹ ਕਹਿੰਦਾ ਮੈਂ ਤਾਂ ਸਭ ਤੋਂ ਵੱਧ ਲਾਇਕ ਹੈ, ਜਿੰਨਾ ਮੈਂ ਬੋਲ ਸਕਦਾ ਵਧੀਆ, ਮੇਰੇ ਜਿੰਨਾ ਤਾਂ ਬੋਲ ਹੀ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਬਖਸ਼ਿਸ਼ ਕਰਦਾ ਹੈ। ਕਿਹਦੇ ਤੇ? ਨਿਗੁਣੇ ਤੇ। ਪਰ ਕਿਹੜੇ ਨਿਗੁਣੇ ਤੇ? ਜਿਹੜਾ ਇਹ ਗੱਲ ਕਹਿੰਦਾ ਹੈ ਕਿ ਗੁਣਹੀਣ ਹਮ ਅਪਰਾਧੀ। ਜਿਹੜਾ ਇਹ ਗੱਲ ਕਹਿੰਦਾ ਹੈ ਗੁਣਹੀਣ ਹਮ ਅਪਰਾਧੀ, ਅਸੀਂ ਖਤੇ ਬਹੁਤ ਕਮਾਵੰਦੇ। ਖਤੇ ਦਾ ਮਤਲਬ ਹੁੰਦਾ ਹੈ ਖਤਾ, ਗਲਤੀਆਂ। ਅੰਤ ਨਾ ਪਾਰਾਵਾਰ, ਇੰਨੀਆਂ ਗਲਤੀਆਂ ਕਰਦੀਆਂ, ਇੰਨੀਆਂ ਗਲਤੀਆਂ ਕਰਦੀਆਂ, ਅੰਤ ਹੀ ਕੋਈ ਨਹੀਂ ਹੈ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਜਿਹੜਾ ਇਹ ਗੱਲ ਕਹਿੰਦਾ ਨਾ ਗੁਰੂ ਪਿਆਰਿਓ, ਉਸ ਨਿਰਗੁਣੇ ਨੂੰ, ਉਸ ਗੁਣਹੀਣੇ ਨੂੰ ਅਕਾਲ ਪੁਰਖ ਬਖਸ਼ ਲੈਂਦਾ ਹੈ। ਬਖਸ਼ ਕੇ ਕੀ ਕਰਦਾ? ਕਹਿੰਦੇ ਸਤਿਗੁਰ ਕੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਉਹਨੂੰ ਸਤਿਗੁਰੂ ਦੀ ਸੇਵਾ ਚ ਲਾ ਲੈਂਦਾ। ਜਿਹੜੇ ਸਤਿਗੁਰੂ ਦੀ ਸੇਵਾ ਚ ਲੱਗੇ ਆ ਉਹਨਾਂ ਨੂੰ ਅਕਾਲ ਪੁਰਖ ਨੇ ਬਖਸ਼ਿਆ ਹੈ। ਸਤਿਗੁਰੂ ਦੀ ਸੇਵਾ ਇਉਂ ਨਹੀਂ ਮਿਲਦੀ ਗੁਰੂ ਪਿਆਰਿਓ ਕਿਸੇ ਨੂੰ। ਆ ਜਿਹੜੇ ਪ੍ਰਕਰਮਾਂ ਦੇ ਵਿੱਚ ਡੱਕਾ ਵੀ ਕਿਤੇ ਪਿਆ ਹੁੰਦਾ ਤੇ ਚੁੱਕ ਕੇ ਬਾਹਰ ਸੁੱਟਦੇ ਆ ਨਾ, ਗੁਰੂ ਦੀ ਸੇਵਾ ਕਰਦੇ ਆ, ਇਹ ਵੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ। ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਦੀ ਸੇਵਾ ਕਰ ਰਹੇ ਰਾਗੀ ਸਿੰਘ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਪਤਾ ਨਹੀਂ ਕਿੰਨੇ ਕੁ ਲੋਚਦੇ ਆ, ਪਤਾ ਨਹੀਂ ਕਿੰਨੇ ਕੁ ਤਰਸਦੇ ਆ ਕਿ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰੀਏ, ਜਿਹੜੇ ਵੱਡੇ ਵੱਡੇ ਰਬਾਬੀ ਹੈ। ਪਰ ਜਿਹੜੇ ਕਰਦੇ ਨੇ ਉਹਨਾਂ ਤੇ ਅਕਾਲ ਪੁਰਖ ਦੀ ਰਹਿਮਤ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ। ਚੌਰ ਵਰਦਾਰ, ਚੌਰ ਕਰਨਾ ਗੁਰੂ ਦੇ ਉੱਤੇ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸੇਵਾ ਮਿਲੀ ਹੈ। ਇਹ ਐਵੇਂ ਨਹੀਂ ਸੇਵਾਵਾਂ ਮਿਲਦੀਆਂ। ਕੋਈ ਪ੍ਰਕਰਮਾ ਸਾਫ਼ ਕਰਦਾ ਹੈ, ਕੋਈ ਜੋੜੇ ਝਾੜਦਾ ਹੈ ਸੰਗਤਾਂ ਦੇ, ਕੋਈ ਲੰਗਰ 'ਚ ਬਰਤਨ ਧੋਂਦਾ ਹੈ, ਕੋਈ ਗੁਰੂ ਪਿਆਰਿਓ ਥਾਲ ਵਰਤਾਉਂਦਾ ਹੈ, ਕੋਈ ਪ੍ਰਸ਼ਾਦੇ ਵਰਤਾਉਂਦਾ ਹੈ। ਇਹ ਸਾਰੀ ਸੇਵਾ ਸਤਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਨਾਲ ਮਿਲਦੀ ਹੈ। ਬਿਨਾਂ ਕਿਰਪਾ ਤੋਂ ਇਹ ਸੇਵਾ ਨਹੀਂ ਮਿਲਦੀ ਗੁਰੂ ਪਿਆਰਿਓ। ਅਸੀਂ ਗਾਲਾਂ ਕੱਢਦੇ ਰਹਿੰਦੇ, ਬਿਨਾਂ ਸੇਵਾ ਤੋਂ ਕਿਰਪਾ, ਬਿਨਾਂ ਕਿਰਪਾ ਤੋਂ ਸੇਵਾ ਨਹੀਂ ਮਿਲਦੀ। ਤੇ ਇਹ ਗੱਲ ਸਤਿਗੁਰੂ ਜੀ ਕਹਿ ਰਹੇ ਨੇ, ਇਹ ਗੱਲ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਗੁਰੂ ਪਿਆਰਿਓ, ਕਿ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰੂ ਦੀ ਸੇਵਾ ਚ ਲਾਇਆ, ਸਤਿਗੁਰੂ ਦੀ ਸੇਵਾ ਚ ਜੋੜਿਆ। ਤੇ ਅੱਗੇ ਕੀ ਸਮਝਾਉਂਦੇ ਨੇ ਗੁਰੂ ਪਿਆਰਿਓ, ਦੱਸਦੇ ਨੇ, ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਮਹਾਰਾਜ ਕਹਿੰਦੇ ਸਤਿਗੁਰੂ ਦੀ ਸੇਵਾ ਨੂੰ ਆਈ ਨਾ ਸਮਝ ਲਿਓ ਵੀ ਇਹ ਕਿੱਡੀ ਕੁ ਵੱਡੀ ਗੱਲ ਹੈ, ਲਾ ਅਸੀਂ ਕਰ ਦਿਆਂਗੇ ਜਾ ਕੇ, ਅਸੀਂ ਕਰ ਲਾਂਗੇ ਜਾ ਕੇ। ਜੇ ਐ ਹੋਵੇ ਨਾ ਗੁਰੂ ਪਿਆਰੀ ਵੀ ਅਸੀਂ ਕਰ ਲਾਂਗੇ ਜਾ ਕੇ, ਫਿਰ ਤਾਂ ਸਾਰੇ ਕਰਨ ਲੱਗ ਜਾਣ। ਮਹਾਰਾਜ ਕਹਿੰਦੇ ਆਈ ਨਾ ਸਮਝ ਲਿਓ ਸਤਿਗੁਰੂ ਦੀ ਸੇਵਾ ਨੂੰ ਵੀ ਹਰੇਕ ਹੀ ਕਰ ਲੂ ਜਾ ਕੇ। ਕਿਉਂ ਮਹਾਰਾਜ? ਕਹਿੰਦੇ ਸਤਿਗੁਰ ਕੀ ਸੇਵਾ ਉਤਮ ਹੈ ਭਾਈ। ਸਤਿਗੁਰੂ ਦੀ ਸੇਵਾ ਉੱਤਮ ਹੈ ਭਾਈ, ਉੱਤਮ, ਬਹੁਤ ਵੱਡੀ ਉੱਤਮ ਸੇਵਾ ਹੈ ਸਤਿਗੁਰੂ ਦੀ। ਜਿਹੜੇ ਗੁਰੂ ਦਾ ਸ਼ਬਦ ਸੁਣਾਉਂਦੇ ਨੇ ਨਾ, ਇਹ ਵੀ ਸੇਵਾ ਹੀ ਹੈ। ਜਿੰਨੇ ਵੀ ਸੁਣਾਉਂਦੇ ਨੇ, ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੀਬੀਆਂ ਨੇ ਵੀ ਸਭਾ ਸੁਸਾਇਟੀਆਂ ਬਣਾਈਆਂ, ਜਿਹੜੀਆਂ ਹਰ ਸੰਡੇ ਐਤਵਾਰ ਨੂੰ ਘਰਾਂ ਦੇ ਵਿੱਚ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ। ਇਹ ਵੀ ਸੇਵਾ ਹੈ ਬਹੁਤ ਵੱਡੀ, ਇਹ ਵੀ ਸੇਵਾ ਹੈ ਇੱਕ ਕਿਸਮ ਦੀ।
ਕਿਸੇ ਨੂੰ ਸਤਿਗੁਰੂ ਦੀ ਗੱਲ ਸੁਣਾਉਣੀ, ਕਿਸੇ ਨੂੰ ਬਾਣੀ ਪੜ੍ਹਾਉਣੀ, ਕਿਸੇ ਨੂੰ ਬਾਣੀ ਸਮਝਾਉਣੀ, ਕਿਸੇ ਨੂੰ ਬਾਣੀ ਸਿਖਾਉਣੀ, ਪੜ੍ਹਨੀ, ਇਹ ਸੇਵਾ ਹੈ ਗੁਰੂ ਪਿਆਰਿਓ। ਤੇ ਮਹਾਰਾਜ ਕਹਿੰਦੇ ਇਹ ਸੇਵਾ ਜਿਹੜੀ ਹੈ ਬਹੁਤ ਉੱਤਮ ਹੈ, ਬਹੁਤ ਉੱਤਮ, ਬਹੁਤ ਸ੍ਰੇਸ਼ਟ, ਬਹੁਤ ਵਧੀਆ। ਰਾਮ ਨਾਮ ਚਿੱਤ ਲਾਏ, ਪਰਮੇਸ਼ਵਰ ਦੇ ਨਾਮ ਦੇ ਰਾਹੀਂ ਜੇ ਕੋਈ ਚਿੱਤ ਜੋੜਦਾ ਹੈ, ਚਿੱਤ ਲਾ ਕੇ ਕਰਦਾ ਹੈ, ਜੇ ਕੋਈ ਮਨ ਲਾ ਕੇ ਕਰਦਾ ਹੈ, ਵਾਹਿਗੁਰੂ ਦਾ ਨਾਮ ਦੇ ਰਾਹੀਂ, ਪਰਮੇਸ਼ਵਰ ਦੇ ਨਾਮ ਦੇ ਦੁਆਰਾ, ਨਾਮ ਦੇ ਰਾਹੀਂ ਚਿੱਤ ਲਾਏ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਚ ਜ਼ਿਕਰ ਕਰਦੇ ਨੇ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰਾ ਸਤਿਗੁਰ ਲਹਿਰ ਲਾਏ। ਰਹਾਉ ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ, ਸਾਚਾ ਸ਼ਬਦ ਵਿਚਾਰ। ਉਹ ਰਹਾਉ ਦੀ ਪੰਕਤੀ ਹੈ, ਹਰ ਜੀਓ ਆਪੇ ਬਖਸ਼ ਮਿਲਾਏ। ਵਾਹਿਗੁਰੂ ਬਖਸ਼ਿਸ਼ ਕਰਕੇ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਜਦੋਂ ਬੇਨਤੀ ਕਰਦੇ ਨੇ ਕੋਈ ਇਹ ਕਿ ਹਮ ਅਪਰਾਧੀ ਹੈ ਭਾਈ, ਗੁਣਹੀਣੇ ਆ, ਸਤਿਗੁਰੂ ਜੀ ਪੂਰਾ ਜਿਹੜਾ ਹੈ ਉਹ ਆਪਣੇ ਨਾਲ ਰਲਾ ਲੈਂਦਾ। ਤੇ ਰਹਾਉ ਦੀ ਪੰਕਤੀ ਚ ਮਹਾਰਾਜ ਸਾਨੂੰ ਇੱਕ ਸਵਾਲ ਕਰਦੇ ਆ, ਕਹਿੰਦੇ ਦੱਸੋ ਖਾ ਬੱਚਿਓ, ਕੌਣ ਕੌਣ ਅਪਰਾਧੀ ਬਖਸ਼ੀਅਨ ਪਿਆਰੇ। ਕਿਹੜੇ ਕਿਹੜੇ ਅਪਰਾਧੀ ਹੈ ਪਿਆਰੇ, ਜਿਹੜੇ ਬਖਸ਼ੇ ਨਹੀਂ ਗਏ, ਪ੍ਰਮਾਤਮਾ ਨੇ ਜਿਹੜੇ ਨਹੀਂ ਬਖਸ਼ੇ, ਕਿਹੜੇ ਕਿਹੜੇ ਅਪਰਾਧੀ ਹੈ। ਸਾਚਾ ਸ਼ਬਦ ਵਿਚਾਰ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਸ਼ਬਦ ਦੀ ਵਿਚਾਰ ਦੇ ਰਾਹੀਂ ਕਿਹੜੇ ਕਿਹੜੇ ਅਪਰਾਧੀ ਹੈ ਜਿਹੜੇ ਬਖਸ਼ੇ ਨਹੀਂ ਗਏ। ਸਾਨੂੰ ਪੁੱਛਦੇ ਨੇ, ਜਿਹਨੇ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖ ਪਰਮੇਸ਼ਵਰ ਦੀ ਵਿਚਾਰ ਕੀਤੀ ਹੈ, ਜਿਸ ਨੇ ਸੱਚੇ ਸ਼ਬਦ ਦੇ ਦੁਆਰਾ ਪਰਮੇਸ਼ਵਰ ਨੂੰ ਵਿਚਾਰਿਆ ਹੈ, ਉਹ ਕਿਹੜਾ ਅਪਰਾਧੀ ਹੈ ਜਿਹੜਾ ਬਖਸ਼ਿਆ ਨਹੀਂ ਗਿਆ। ਭਾਵ ਕੀ ਹੈ, ਕੋਈ ਨਹੀਂ ਹੈ, ਕੋਈ ਨਹੀਂ ਹੈ। ਅਜਾਮਲ ਬ੍ਰਾਹਮਣ ਦੀ ਉਦਾਹਰਣ ਬਾਣੀ ਦੇ ਵਿੱਚ ਮਿਲਦੀ ਹੈ। ਅਜਾਮਲ ਬ੍ਰਾਹਮਣ ਸਮਾਜ ਅਪਰਾਧੀ ਕਹਿੰਦਾ ਸੀ, ਪਾਪੀ ਕਹਿੰਦਾ ਸੀ, ਬਖਸ਼ਿਆ ਗਿਆ। ਗਨਕਾ ਦੀ ਉਦਾਹਰਣ ਜਿਹੜੀ ਹੈ ਬਾਣੀ ਦੇ ਵਿੱਚ ਮਿਲਦੀ ਹੈ, ਗਨਕਾ ਵੇਸਵਾ ਪਾਪੀ ਸੀ, ਅਪਰਾਧ ਕਰਦੀ ਸੀ, ਲੇਕਿਨ ਬਖਸ਼ੀ ਗਈ ਹੈ। ਬੜੀਆਂ ਉਦਾਹਰਣਾਂ ਦਿੱਤੀਆਂ ਨੇ ਬਾਣੀ ਦੇ ਵਿੱਚ ਸਾਨੂੰ ਇਹ ਸਮਝਾਉਣ ਵਾਸਤੇ। ਕਿਤੇ ਗਨਕਾ ਦੀ ਉਦਾਹਰਣ, ਕਿਤੇ ਅਜਾਮਲ ਬ੍ਰਾਹਮਣ ਦੀ ਉਦਾਹਰਣ, ਕੁਬਜਾਂ ਦੀ ਉਦਾਹਰਣ। ਕਿਹੜੇ ਕਿਹੜੇ ਪਾਪੀ ਹੈ ਜਿਹੜੇ ਬਖਸ਼ੇ ਨਹੀਂ ਗਏ। ਮਹਾਰਾਜ ਸਾਨੂੰ ਇਹ ਸਮਝਾਉਂਦੇ ਹੈ ਕਿ ਕੋਈ ਐਸਾ ਨਹੀਂ ਹੈ ਜਿਸ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਸ਼ਬਦ ਨਾਲ ਵਿਚਾਰਿਆ ਤੇ ਬਖਸ਼ਿਆ ਨਹੀਂ ਗਿਆ। ਸੱਚਾ ਸ਼ਬਦ ਵਿਚਾਰ, ਸੱਚੇ ਸ਼ਬਦ ਦੀ ਵਿਚਾਰ ਦੇ ਦੁਆਰਾ ਕੌਣ ਕੌਣ ਅਪਰਾਧੀ ਬਖਸ਼ੀਅਨ ਪਿਆਰੇ। ਕਿਹੜੇ ਕਿਹੜੇ ਅਪਰਾਧੀ ਬਖਸ਼ੇ ਗਏ ਹੈ, ਭਾਵ ਸਾਰੇ ਹੀ ਬਖਸ਼ੇ ਗਏ ਹੈ। ਇਹ ਮਹਾਰਾਜ ਸਮਝਾਉਂਦੇ ਨੇ, ਸਾਰੇ ਹੀ ਬਖਸ਼ੇ ਗਏ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ। ਅੱਗੇ ਆਖਦੇ ਨੇ, ਭੌਜਲ ਪਾਰ ਉਤਾਰਿਆਨ ਭਾਈ, ਸਤਿਗੁਰ ਬੇੜਾ ਚਾੜ। ਭੌਜਲ ਪਾਰ ਉਤਾਰਿਆਨ ਭਾਈ, ਹੈ ਭਾਈ ਵਾਹਿਗੁਰੂ ਭੌਜਲ ਤੋਂ ਪਾਰ ਉਤਾਰ ਦਿੰਦਾ ਹੈ। ਭੌਜਲ ਕੀ ਹੈ ਗੁਰੂ ਪਿਆਰਿਓ? ਭੌ ਜਲ ਦਾ ਮਤਲਬ ਹੈ ਡਰ ਦਾ ਪਾਣੀ। ਭੌ ਦਾ ਮਤਲਬ ਹੈ ਡਰ। ਜਲ ਅਸੀਂ ਪਾਣੀ ਨੂੰ ਕਹਿ ਦਿੰਦੇ ਹਾਂ, ਡਰ ਦਾ ਪਾਣੀ। ਸਮੁੰਦਰ ਜਿਹੜਾ ਨਾ, ਸਮੁੰਦਰ, ਇਹਨੂੰ ਭਵਜਲ ਆਖਿਆ, ਕਿਉਂਕਿ ਜੇ ਅਸੀਂ ਸਮੁੰਦਰ ਦੇ ਪਾਣੀ ਦੇ ਵਿੱਚ ਇਕੱਲੇ ਕਿਤੇ ਹੋਈਏ ਨਾ ਗੁਰੂ ਪਿਆਰਿਓ, ਤੇ ਆਸੇ ਪਾਸੇ ਨਜ਼ਰ ਮਾਰੀਏ, ਪਾਣੀ 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 ਪਾਣੀ, ਤੇ ਉਹ ਇੱਕ ਡਰ ਪੈਦਾ ਕਰਦਾ ਹੈ ਮਨ 'ਚ। ਮਨ 'ਚ ਡਰ ਪੈਦਾ ਕਰਦਾ ਹੈ, ਭੈ ਪੈਦਾ ਕਰਦਾ ਹੈ। ਇਵੇਂ ਇਹ ਜਿਹੜਾ ਸੰਸਾਰ ਹੈ ਨਾ, ਇਹ ਡਰ ਪੈਦਾ ਕਰਦਾ ਹੈ, ਇਹ ਭੈ ਪੈਦਾ ਕਰਦਾ ਹੈ। ਇਹ ਸੰਸਾਰ ਭੌਜਲ ਹੈ। ਜਿਵੇਂ ਸਮੁੰਦਰ ਭੌਜਲ ਹੈ ਨਾ, ਸਮੁੰਦਰ ਦਾ ਜਲ ਜਿਹੜਾ ਹੈ ਉਹ ਭੈ ਪੈਦਾ ਕਰਦਾ ਹੈ, ਇਵੇਂ ਸੰਸਾਰ ਜਿਹੜਾ ਹੈ ਇਹ ਭੈ ਪੈਦਾ ਕਰਦਾ ਹੈ। ਅਸੀਂ ਭੈ 'ਚ ਹੀ ਵਿਚਰਦੇ ਹਾਂ। ਕੋਈ ਸਾਨੂੰ ਮਾਰ ਨਾ ਦਏ, ਅਸੀਂ ਮਰ ਨਾ ਜਾਈਏ। ਕੋਈ ਸਾਨੂੰ ਤੋੜ ਨਾ ਦਏ, ਅਸੀਂ ਟੁੱਟ ਨਾ ਜਾਈਏ। ਕੋਈ ਸਾਨੂੰ ਡੇਗ ਨਾ ਦਏ, ਅਸੀਂ ਡਿੱਗ ਨਾ ਜਾਈਏ।
ਡਰ ਹੀ ਹੈ ਨਾ ਸਾਡੇ ਅੰਦਰ। ਤਾਂ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਭੌਜਲ ਤੋਂ ਪਾਰ ਉਤਾਰ ਦਿੰਦਾ ਹੈ। ਮਹਾਰਾਜ ਕਿਵੇਂ ਉਤਾਰਦਾ? ਕਹਿੰਦੇ ਸਤਿਗੁਰ ਬੇੜਾ ਚਾੜ, ਸਤਿਗੁਰੂ ਦੇ ਬੇੜੇ 'ਚ ਚੜਾ ਕੇ, ਭਾਵ ਸਤਿਗੁਰੂ ਨਾਲ ਜੋੜ ਕੇ। ਸਤਿਗੁਰੂ ਬੇੜਾ ਬਹੁਤ ਹੈ, ਜਹਾਜ਼ ਹੈ ਸਤਿਗੁਰੂ। ਸਤਿਗੁਰੂ ਰੂਪੀ ਜਹਾਜ਼ ਤੇ ਚੜਾ ਦਿੰਦਾ ਹੈ ਅਕਾਲ ਪੁਰਖ ਬਖਸ਼ਿਸ਼ ਕਰਕੇ। ਜਿਹੜਾ ਸਤਿਗੁਰੂ ਰੂਪੀ ਜਹਾਜ਼ ਤੇ ਚੜ ਜਾਂਦਾ ਹੈ ਉਹ ਪਾਰ ਲੰਘ ਜਾਂਦਾ ਹੈ। ਉਹਨੂੰ ਫਿਰ ਗੁਰੂ ਪਿਆਰਿਓ ਪਾਣੀ ਕੁਛ ਨਹੀਂ ਕਹਿੰਦਾ, ਉਹਨੂੰ ਡਰ ਨਹੀਂ ਰਹਿੰਦਾ, ਭੈ ਨਹੀਂ ਰਹਿੰਦਾ। ਪਰ ਸਤਿਗੁਰੂ ਦੇ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ, ਸਤਿਗੁਰੂ ਰੂਪੀ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ ਕੁਝ ਨਿਯਮਾਵਲੀ ਬਣਾਈ ਹੈ ਸਤਿਗੁਰੂ ਨੇ। ਜੇ ਅਸੀਂ ਸਮੁੰਦਰੀ ਜਹਾਜ਼ ਤੇ ਚੜ੍ਹਨਾ ਹੋਵੇ, ਹਵਾਈ ਜਹਾਜ਼ ਤੇ ਚੜ੍ਹਨਾ ਹੋਵੇ, ਤੇ ਕੰਪਨੀਆਂ ਨੇ ਨਿਯਮ ਬਣਾਏ ਆ ਨਾ ਵੀ ਭਾਈ ਤੁਸੀਂ ਇੰਨੇ ਕਿਲੋ ਤੋਂ ਵੱਧ ਭਾਰ ਨਹੀਂ ਲੈ ਕੇ ਜਾ ਸਕਦੇ, ਤੁਸੀਂ ਆਹ ਸਮਾਨ ਨਹੀਂ ਨਾਲ ਲੈ ਕੇ ਜਾ ਸਕਦੇ। ਇਵੇਂ ਸਤਿਗੁਰੂ ਨੇ ਵੀ ਕੁਝ ਮਰਿਆਦਾ ਬਣਾਈ ਹੈ, ਕੁਝ ਨਿਯਮ ਬਣਾਏ ਨੇ। ਭਾਈ ਸਾਬਤ ਸੂਰਤ ਹੋਵੇ, ਕੋਈ ਭਾਈ ਅੰਮ੍ਰਿਤਧਾਰੀ ਹੋਵੇ। ਹੁਣ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਇੱਕ ਜਹਾਜ਼ ਵਿੱਚ ਚੜ੍ਹਨ ਵਾਸਤੇ ਤਾਂ ਅਸੀਂ ਜਹਾਜ਼ ਕੰਪਨੀ ਵੱਲੋਂ ਬਣਾਏ ਨਿਯਮਾਂ ਨੂੰ ਮੰਨਦੇ ਹਾਂ, ਪਰ ਸਤਿਗੁਰੂ ਦੀ ਮਰਿਆਦਾ ਪਾਲਣ ਵਾਸਤੇ ਅਸੀਂ ਤਿਆਰ ਨਹੀਂ। ਉੱਥੇ ਅਸੀਂ ਕਹਿੰਦੇ ਊਂ ਚੜ੍ਹ ਜੀਏ, ਊਂ ਚੜ੍ਹ ਜੀਏ। ਨਾ ਸਾਨੂੰ ਨਸ਼ੇ ਛੱਡਣ ਦੀ ਲੋੜ ਪਵੇ, ਨਾ ਸਾਨੂੰ ਕੇਸ ਰੱਖਣ ਦੀ ਲੋੜ ਪਵੇ, ਊਂ ਸਤਿਗੁਰੂ ਜੀ ਸਾਨੂੰ ਆਪਣੇ ਬੇੜੇ 'ਚ ਚੜਾ ਲੇ। ਇਹ ਉਹ ਨਹੀਂ ਗੁਰੂ ਪਿਆਰੇ ਹੁੰਦਾ। ਕਿੱਡੀ ਕਮਾਲ ਦੀ ਗੱਲ ਹੈ ਨਾ। ਜੇ ਬੱਸ ਦੇ ਵਿੱਚ ਅਸੀਂ ਸਫ਼ਰ ਕਰਨਾ ਨਾ ਤੇ ਟਿਕਟ ਲੈਣੀ ਪੈਂਦੀ ਹੈ ਪੈਸੇ ਖਰਚ ਕੇ। ਉੱਥੇ ਵੀ ਅਸੀਂ ਕਹਿੰਦੇ ਊਂ ਲੈ ਜੇ, ਮੁਫਤੀ ਲੈ ਜੇ। ਸਤਿਗੁਰੂ ਦੀ ਨਿਯਮਾਵਲੀ ਹੈ, ਮਰਿਆਦਾ ਹੈ ਗੁਰੂ ਪਿਆਰਿਓ। ਮਰਿਆਦਾ ਨੂੰ ਪ੍ਰਵਾਨ ਕਰਨਾ ਸਾਡਾ ਫਰਜ਼ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਪੁਰਖੋ ਭੌਜਲ ਪਾਰ ਉਤਾਰਿਓ ਨ ਭਾਈ, ਸਤਿਗੁਰ ਬੇੜਾ ਚਾੜ। ਸਤਿਗੁਰੂ ਦੇ ਬੇੜੇ 'ਚ ਚੜਾ ਕੇ, ਪੁਰਾਣੇ ਬਜ਼ੁਰਗ ਗਾਉਂਦੇ ਹੁੰਦੇ ਸੀ ਨਾ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ। ਨਾਮ ਜਹਾਜ਼ ਹੈ, ਸਤਿਗੁਰੂ ਕਪਤਾਨ ਹੈ, ਸਤਿਗੁਰੂ ਦਾ ਜਹਾਜ਼ ਹੈ। ਤੇ ਇਸ ਜਹਾਜ਼ ਦੇ ਵਿੱਚ ਅਕਾਲ ਪੁਰਖ ਚੜਾ ਕੇ ਇਸ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰ ਦਿੰਦਾ ਹੈ। ਮਨੂਰਾ ਤੇ ਕੰਚਨ ਭਏ ਭਾਈ, ਗੁਰ ਪਾਰਸ ਮੇਲ ਮਿਲਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਸਿੱਖੋ, ਗੁਰੂ ਪਾਰਸ ਹੈ। ਪਾਰਸ, ਪਾਰਸ ਕਹਿੰਦੇ ਇੱਕ ਅਜਿਹਾ ਪੱਥਰ ਹੈ, ਬੱਟੀ ਹੈ, ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਕਿਹਾ ਜਾਂਦਾ ਹੈ ਪੁਰਾਤਨ ਗ੍ਰੰਥਾਂ ਦੇ ਵਿੱਚ। ਕਹਿੰਦੇ ਗੁਰੂ ਪਾਰਸ ਹੈ, ਗੁਰ ਪਾਰਸ ਮੇਲ ਮਿਲਾਏ। ਗੁਰੂ ਪਾਰਸ ਹੈ, ਮੇਲ ਮਿਲਾਏ, ਜਿਹੜਾ ਆਪਦੇ ਨਾਲ ਮੇਲ ਕੇ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ। ਗੁਰੂ ਐਸਾ ਪਾਰਸ ਹੈ ਜਿਹੜਾ ਪਹਿਲਾਂ ਆਪਦੇ ਨਾਲ ਜੋੜਦਾ, ਫਿਰ ਉਹਨੂੰ ਅਕਾਲ ਪੁਰਖ ਨਾਲ ਜੋੜ ਦਿੰਦਾ ਹੈ। ਕਿਵੇਂ? ਤਾਂ ਮਹਾਰਾਜ ਗੁਰੂ ਪਿਆਰੇ ਉਦਾਹਰਣ ਦਿੰਦੇ ਨੇ, ਕਹਿੰਦੇ ਮਨੂਰਾ ਤੇ ਕੰਚਨ ਭਏ ਭਾਈ। ਭਾਈ ਮਨੂਰਾ, ਮਨੂਰ, ਮਨੂਰ ਕਹਿੰਦੇ ਨੇ ਉਸ ਲੋਹੇ ਨੂੰ ਜਿਹਨੂੰ ਜੰਗ ਨੇ ਖਾਧਾ ਹੁੰਦਾ, ਜੰਗਾਲ ਨੇ ਖਾਧਾ ਹੁੰਦਾ। ਕਹਿੰਦੇ ਮਨੂਰਾ ਤੇ ਕੰਚਨ ਭਏ ਭਾਈ, ਕਹਿੰਦੇ ਉਹ ਜੀਵ ਜਿਹੜੇ ਮਨੂਰ ਵਰਗੇ ਨੇ, ਜੰਗ ਖਾਧੇ ਲੋਹੇ ਵਰਗੇ ਨੇ। ਜਿਵੇਂ ਲੋਹੇ ਨੂੰ ਜੰਗਾਲ ਖਾ ਲੈਂਦਾ ਨਾ, ਇਵੇਂ ਵਿਕਾਰ ਮਨੁੱਖ ਨੂੰ ਖਾ ਲੈਂਦੇ ਨੇ। ਜਿਹੜਾ ਵਿਕਾਰਾਂ ਰੂਪੀ ਜੰਗਾਲ ਦੇ ਨਾਲ ਖਾਧਾ ਹੋਇਆ ਉਹ ਵੀ ਕਹਿੰਦੇ ਸੋਨੇ ਵਰਗਾ ਬਣ ਜਾਂਦਾ ਹੈ। ਕਿਉਂ ਬਣ ਜਾਂਦਾ ਹੈ? ਕਿਉਂਕਿ ਗੁਰੂ ਪਾਰਸ ਹੈ। ਜਿਵੇਂ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਉਵੇਂ ਗੁਰੂ ਮਨੁੱਖ ਜਿਹੜਾ ਵਿਕਾਰਾਂ ਦਾ ਖਾਧਾ ਹੈ ਉਹਨੂੰ ਸ਼ੁੱਧ ਬਣਾ ਦਿੰਦਾ ਹੈ, ਪਵਿੱਤਰ ਬਣਾ ਦਿੰਦਾ ਹੈ। ਇਹ ਪਾਤਸ਼ਾਹ ਦੱਸਦੇ ਨੇ, ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ। ਪਰ ਕਹਿੰਦੇ ਇੱਕ ਕੰਮ ਤਾਂ ਸਾਨੂੰ ਕਰਨਾ ਪੈਂਦਾ। ਉਹ ਕੀ? ਕਹਿੰਦੇ ਆਪਣਾ ਆਪਾ ਤਿਆਗਣਾ ਪੈਂਦਾ ਹੈ। ਆਪ ਛੋੜ, ਜਿਹੜਾ ਆਪਣੇ ਆਪ ਨੂੰ ਛੱਡ ਕੇ, ਆਪਣੇ ਆਪ ਨੂੰ ਛੱਡਣ ਦਾ ਮਤਲਬ ਹੈ ਆਪਣੇ ਈਗੋ ਦਾ ਤਿਆਗ ਕਰਕੇ, ਹਉਮੈ ਦਾ ਤਿਆਗ ਕਰਕੇ। ਹੁਣ ਤਾਂ ਅਸੀਂ ਦੇਖਦੇ ਹਾਂ ਗੁਰੂ ਪਿਆਰਿਓ, ਅਸੀਂ ਸਾਰੇ ਹਉਮੈ ਨਾਲ ਹੀ ਭਰੇ ਫਿਰਦੇ। ਅਸੀਂ ਝੁਕਣਾ ਨਹੀਂ, ਅਸੀਂ ਟੁੱਟਣਾ ਨਹੀਂ, ਅਸੀਂ ਗੱਲ ਨਹੀਂ ਸਹਿਣੀ। ਮਹਾਰਾਜ ਕਹਿੰਦੇ ਆਪਣੇ ਅੰਦਰੋਂ ਆਪਣਾ ਆਪਾ ਤਿਆਗ ਕੇ, ਆਪ ਛੋੜ ਨਾਉ ਮਨ ਵਸਿਆ ਭਾਈ। ਜਦੋਂ ਕਹਿੰਦੇ ਕੋਈ ਆਪਣੇ ਆਪ ਨੂੰ ਤਿਆਗਦਾ ਹੈ ਨਾ, ਆਪਣੀ ਈਗੋ ਨੂੰ ਤਿਆਗਦਾ ਹੈ,
ਉਦੋਂ ਕਹਿੰਦੇ ਨਾਮ ਜਿਹੜਾ ਉਹ ਮਨ 'ਚ ਵਸਦਾ ਹੈ। ਜੇ ਹਉਮੈ ਹੈ ਤੇ ਨਾਮ ਮਨ 'ਚ ਨਹੀਂ ਵਸਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਠਾਏ। ਦੋਵੇਂ ਇੱਕੋ ਜਗ੍ਹਾ ਤੇ ਨਹੀਂ ਰਹਿੰਦੇ, ਜਿਵੇਂ ਅੱਗ ਤੇ ਪਾਣੀ। ਜਦੋਂ ਮਨੁੱਖ ਆਪਣੇ ਆਪ ਨੂੰ ਤਿਆਗਦਾ, ਨਾਉ ਮਨ ਵਸਿਆ ਭਾਈ, ਕਹਿੰਦੇ ਨਾ ਮਨ ਦੇ ਵਿੱਚ ਵਸਿਆ ਭਾਈ ਉਹਦੇ, ਜਿਹੜਾ ਆਪਣੇ ਆਪ ਦਾ ਤਿਆਗ ਕਰਦਾ। ਜੋਤੀ ਜੋਤ ਮਿਲਾਏ, ਉਹਦੀ ਜੋਤੀ ਆਤਮਾ ਜੋਤ 'ਚ ਮਿਲ ਜਾਂਦੀ ਹੈ। ਜੋਤ ਕੀ ਹੈ? ਪਰਮਾਤਮਾ। ਉਹਦੀ ਆਤਮਾ ਪਰਮਾਤਮਾ 'ਚ ਮਿਲ ਜਾਂਦੀ ਹੈ। ਸਰੀਰ ਤੋਂ ਬਾਅਦ ਨਹੀਂ, ਸਰੀਰ ਮੁੱਕਣ ਤੋਂ ਬਾਅਦ ਨਹੀਂ ਗੁਰੂ ਪਿਆਰੇ, ਉਹ ਸਰੀਰ 'ਚ ਰਹਿੰਦੇ ਹੋਏ ਆਤਮਾ ਪਰਮਾਤਮਾ 'ਚ ਮਿਲ ਜਾਂਦੀ। ਸਰੀਰ 'ਚ ਰਹਿੰਦੇ ਹੋਏ ਆਤਮਾ ਪਰਮਾਤਮਾ 'ਚ ਲੀਨਤਾ ਲੈ ਲੈਂਦੀ। ਇਹ ਪਾਤਸ਼ਾਹ ਦੱਸਦੇ ਨੇ, ਹਉ ਵਾਰੀ ਹਉ ਵਾਰ ਨ ਭਾਈ, ਸਤਿਗੁਰ ਕਉ ਸਦ ਬਲਿਹਾਰੈ ਜਾਓ। ਗੁਰੂ ਦੀਆਂ ਬੜੀਆਂ ਵਡਿਆਈਆਂ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹਉ ਵਾਰੀ ਹਉ ਵਾਰਣੈ ਭਾਈ। ਭਾਈ ਅਸੀਂ ਕੁਰਬਾਨ ਜਾਂਦੇ ਆ, ਸਦਕੇ ਜਾਂਦੇ ਆ, ਵਾਰੇ ਵਾਰੇ ਜਾਂਦੇ ਆ। ਕਿਹਦੇ ਤੇ? ਸਤਿਗੁਰ ਕਉ। ਸਤਿਗੁਰੂ ਉੱਪਰ। ਕਉ ਦਾ ਇੱਥੇ ਮਤਲਬ ਆ ਉੱਪਰ। ਬਾਣੀ ਦੇ ਵਿੱਚ ਕਉ ਸ਼ਬਦ ਦਾ ਅਰਥ ਨੂੰ ਵੀ ਹੈ, ਕਉ ਲਈ ਵੀ ਆਇਆ ਹੈ। ਕਉ ਦਾ ਇੱਥੇ ਅਰਥ ਹੈ ਉੱਤੇ। ਸਤਿਗੁਰੂ ਲਈ, ਸਤਿਗੁਰੂ ਉੱਪਰੋਂ। ਸਤਿਗੁਰ ਕਉ ਸਦ ਬਲਹਾਰੈ ਜਾਉ। ਅਸੀਂ ਸਤਿਗੁਰੂ ਤੋਂ ਸਦਾ ਹੀ ਬਲਹਾਰ ਜਾਂਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਆਸਾ ਦੀ ਵਾਰ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਨਾ, ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤਿ ਸਹਿਜ ਸਮਾਓ। ਜਾਣਾ ਵੀ ਚਾਹੀਦਾ, ਗੁਰੂ ਤੋਂ ਬਲਹਾਰ ਜਾਣਾ ਚਾਹੀਦਾ। ਕਿਉਂ? ਕਹਿੰਦੇ ਨਾਮ ਨਿਧਾਨ ਜਿਨ ਦਿੱਤਾ ਭਾਈ। ਉਹ ਭਾਈ ਜੀ ਨੇ ਨਾਮ ਦਾ ਖਜ਼ਾਨਾ ਦਿੱਤਾ, ਜਿਹਨੇ ਨਾਮ ਦੀ ਬਖਸ਼ਿਸ਼ ਕੀਤੀ ਹੈ, ਜਿਹਨੇ ਭਗਤੀ ਦੀ ਬਖਸ਼ਿਸ਼ ਕੀਤੀ ਹੈ, ਜਿਹਨੇ ਸੇਵਾ ਦੀ ਬਖਸ਼ਿਸ਼ ਕੀਤੀ ਹੈ, ਉਸ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ। ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤਿ ਸਹਿਜ ਸਮਾਓ। ਅਸੀਂ ਤਾਂ ਗੁਰੂ ਦੀ ਮੱਤ ਦੇ ਰਾਹੀਂ ਆਤਮਿਕ ਅਡੋਲਤਾ ਦੀ ਅਵਸਥਾ ਦੇ ਵਿੱਚ ਸਮਾਉਨੇ ਆ। ਗੁਰ ਬਿਨ ਸਹਿਜ ਨ ਉਪਜੈ ਭਾਈ, ਪੁੱਛੋ ਗਿਆਨੀਆਂ ਜਾਏ। ਗੁਰ ਬਿਨ ਸਹਿਜ ਨਾ ਉਪਜੈ ਭਾਈ। ਉਹ ਭਾਈ, ਗੁਰੂ ਬਿਨਾ ਸਹਿਜ ਪੈਦਾ ਨਹੀਂ ਹੁੰਦਾ। ਸਹਿਜ, ਸਹਿਜ, ਸਹਿਜ ਦਾ ਮਤਲਬ ਕੀ ਹੈ? ਸਹਿਜ ਦਾ ਮਤਲਬ ਹੈ ਮਨ ਦੀ ਸ਼ਾਂਤੀ, ਮਨ ਦਾ ਟਿਕਾ। ਅਸੀਂ ਕਰਮਾਂ ਕਾਂਡਾਂ ਨਾਲ ਮਨ ਦਾ ਟਿਕਾ ਹਾਸਲ ਕਰਨ ਦਾ ਯਤਨ ਕਰਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਹੀ ਕਹਿੰਦੇ, ਕਰਮੀ ਸਹਿਜ ਨਾ ਉਪਜੈ। ਕਰਮੀ ਸਹਿਜ ਨਾ ਉਪਜੈ। ਕਰਮਾਂ ਕਾਂਡਾਂ ਦੇ ਨਾਲ ਕਦੇ ਸਹਿਜ ਜਿਹੜਾ ਪੈਦਾ ਨਹੀਂ ਹੁੰਦਾ ਭਾਈ। ਜੇ ਤੁਸੀਂ ਆਖੋ ਨਾ ਕਰਮ ਕਾਂਡ ਕਰਕੇ ਸਾਡੇ ਮਨ 'ਚ ਟਿਕਾ ਆ ਜਾਊਗਾ, ਕਰਮ ਕਾਂਡ ਤਾਂ ਮਨ ਦੇ ਵਿੱਚ ਟਿਕਾ ਪੈਦਾ ਨਹੀਂ ਕਰਦੇ, ਸਗੋਂ ਹੋਰ ਜ਼ਿਆਦਾ ਮਨ ਨੂੰ ਭੜਕਾਉਂਦੇ ਐ। ਜਿੰਨੇ ਮਰਜ਼ੀ ਕਰਕੇ ਦੇਖ ਲਓ। ਫੇਰ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਕਹਿੰਦੇ ਨੇ, ਗੁਰ ਬਿਨ ਸਹਿਜ ਨਾ ਉਪਜੈ ਭਾਈ। ਭਾਈ, ਗੁਰੂ ਤੋਂ ਬਿਨਾਂ ਕਦੇ ਮਨ ਦੀ ਸ਼ਾਂਤੀ, ਮਨ ਦਾ ਟਿਕਾ ਨਹੀਂ ਮਿਲਦਾ। ਜੇ ਨਹੀਂ ਯਕੀਨ ਆਉਂਦਾ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਗਿਆਨੀਆਂ ਨੂੰ ਜਾ ਕੇ ਪੁੱਛ ਲਓ। ਹੁਣ ਗਿਆਨੀਆਂ ਨੂੰ ਜਾ ਕੇ ਪੁੱਛ ਲਓ। ਕਿਹੜੇ ਗਿਆਨੀਆਂ ਨੂੰ ਜਾ ਕੇ? ਜਿਹੜੇ ਵਿਦਵਾਨ ਹੈ, ਗਿਆਨਵਾਨ ਹੈ। ਕਹਿੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ। ਉਹਨਾਂ ਨੂੰ ਪੁੱਛੋ ਜਾ ਕੇ ਵੀ ਗੁਰੂ ਤੋਂ ਬਿਨਾਂ ਮਨ ਦੀ ਸ਼ਾਂਤੀ ਮਿਲ ਜਾਂਦੀ ਹੈ? ਕਹਿੰਦੇ ਹਰੇਕ ਕਹੂ ਨਹੀਂ ਮਿਲਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਜੇ ਸਾਡੇ ਤੇ ਯਕੀਨ ਨਹੀਂ ਤੇ ਜਾ ਗਿਆਨੀਆਂ ਨੂੰ ਪੁੱਛ ਲਓ ਜਾ ਕੇ, ਵਿਦਵਾਨਾਂ ਨੂੰ ਪੁੱਛ ਲਓ ਜਾ ਕੇ। ਵਿਦਵਾਨਾਂ ਨੂੰ ਪੁੱਛ ਲਓ ਜਿਨ੍ਹਾਂ 'ਚ ਵਿਦਵਤਾ ਹੈ। ਸੰਸਾਰੀ ਵਿਦਵਤਾ ਨਹੀਂ ਹੈ, ਜਿਨ੍ਹਾਂ 'ਚ ਰੂਹਾਨੀਅਤ ਦਾ ਗਿਆਨ ਹੈ, ਅਧਿਆਤਮਿਕਤਾ ਦਾ ਗਿਆਨ ਹੈ। ਸੰਸਾਰੀ ਗਿਆਨਵਾਨ ਤਾਂ ਸਗੋਂ ਹੋਰ ਭੜਕੇ ਪਏ ਹੈ। ਜਿਨ੍ਹਾਂ 'ਚ ਰੂਹਾਨੀਅਤ ਦਾ, ਜਿਹੜੇ ਬ੍ਰਹਮ ਗਿਆਨੀ ਪੁਰਖ ਨੇ, ਉਹਨਾਂ ਨੂੰ ਜਾ ਕੇ ਪੁੱਛੋ। ਮਹਾਤਮਾ ਨੂੰ ਜਾ ਕੇ ਕਿਸੇ ਨੂੰ ਪੁੱਛੋ, ਉਹ ਦੱਸੂਗਾ ਕਿ ਭਾਈ ਗੁਰੂ ਤੋਂ ਬਿਨਾਂ ਮਨ ਦਾ ਚੈਨ ਕਦੇ ਖਤਮ ਨਹੀਂ ਹੁੰਦਾ। ਇਹ ਪਾਤਸ਼ਾਹ ਦੱਸਦੇ ਨੇ, ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਪਤਾ ਕੀ ਕਹਿੰਦੇ? ਕਹਿੰਦੇ ਸਤਿਗੁਰ ਕੀ ਸੇਵਾ ਸਦਾ ਕਰ ਭਾਈ। ਭਾਈ, ਸਤਿਗੁਰੂ ਦੀ ਸੇਵਾ ਸਦਾ ਕਰਿਆ ਕਰ। ਤੇ ਕਰਦੇ ਰਾਰੇ ਨੂੰ ਸਿਹਾਰੀ ਕਰਿਆ ਕਰ। ਸਤਿਗੁਰੂ ਦੀ ਸੇਵਾ ਸਦਾ ਕਰਿਆ ਕਰ, ਹਮੇਸ਼ਾ ਕਰਿਆ ਕਰ। ਅਸੀਂ ਕਹਿੰਦੇ ਮਹਾਰਾਜ ਕਰਦੇ ਆ,
ਮਹਾਰਾਜ ਕਰਦੇ ਆ ਸਤਿਗੁਰੂ ਦੀ ਸੇਵਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵਿੱਚੋਂ ਆਪ ਗਵਾਏ, ਆਪਣੇ ਵਿੱਚੋਂ ਆਪਣੇ ਆਪ ਦਾ ਤਿਆਗ ਕਰਕੇ ਸੇਵਾ ਕਰਿਆ ਕਰੋ। ਤਿਆਗ ਕਰਕੇ ਕਰਦੇ ਹੋ? ਨਹੀਂ ਮਹਾਰਾਜ, ਤਿਆਗ ਤਾਂ ਨਹੀਂ ਹੁੰਦਾ, ਸੇਵਾ ਜ਼ਰੂਰ ਕਰਦੇ ਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਸੇਵਾ ਕਰਦੇ ਹੋ ਬਹੁਤ ਚੰਗੀ ਗੱਲ ਹੈ, ਪਰ ਕਹਿੰਦੇ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਤਿਆਗ ਕੇ ਸੇਵਾ ਕਰੀਏ। ਸੇਵਾ ਕਰਨੀ ਮਾੜੀ ਨਹੀਂ ਹੈ, ਇਹ ਨਹੀਂ ਹੈ ਕਿ ਆਪਣੇ ਆਪ ਨੂੰ ਤਿਆਗ ਕੇ ਸੇਵਾ ਕਰੋ। ਜੇ ਆਪਣਾ ਆਪ ਨਹੀਂ ਤਿਆਗ ਸਕਦੇ ਤਾਂ ਸੇਵਾ ਕਰਨ ਦੀ ਲੋੜ ਹੀ ਨਹੀਂ। ਭਾਈ ਜੇ ਸੇਵਾ ਕਰਾਂਗੇ ਨਾ ਹੌਲੀ ਹੌਲੀ ਆਪਣਾ ਆਪਾ ਵੀ ਤਿਆਗਿਆ ਜਾਊਗਾ। ਕੋਸ਼ਿਸ਼ ਕਰੋ ਕਿ ਹੁਣ ਜੇ ਸੇਵਾ 'ਚ ਜੁੜ ਗਏ ਹੋ ਤੇ ਆਪਣੇ ਆਪ ਨੂੰ ਤਿਆਗਣ ਦਾ ਯਤਨ ਕਰੋ, ਜਮਾਉਣ ਦਾ ਯਤਨ ਨਾ ਕਰੋ। ਦੂਜਿਆਂ ਨੂੰ ਦਿਖਾਉਣ ਲਈ ਸੇਵਾ ਨਾ ਕਰੋ, ਗੁਰੂ ਨੂੰ ਦਿਖਾਉਣ ਲਈ ਸੇਵਾ ਕਰੋ, ਗੁਰੂ ਦੀ ਖੁਸ਼ੀ ਲਈ ਸੇਵਾ ਕਰੋ। ਇਹ ਹੈ ਆਪਣੇ ਆਪ ਨੂੰ ਤਿਆਗ ਕੇ ਸੇਵਾ ਕਰਨੀ। ਇਹ ਮਹਾਰਾਜ ਦੱਸਦੇ ਨੇ। ਗੁਰਮਤਿ ਭਉ ਉਪਜੈ ਪਹਾਈ, ਭਉ ਕਰਨੀ ਸਚ ਸਾਰ। ਗੁਰਮਤੀ ਭਉ ਉਪਜੈ ਭਾਈ, ਹੈ ਭਾਈ ਗੁਰੂ ਦੀ ਮੱਤ ਦੇ ਰਾਹੀਂ ਭਉ ਪੈਦਾ ਹੁੰਦਾ ਹੈ। ਭਉ, ਭਉ ਦਾ ਅਰਥ ਹੈ ਗੁਰੂ ਪਿਆਰਿਓ ਡਰ। ਜਿਹੜਾ ਡਰ ਸ਼ਬਦ ਹੈ ਨਾ, ਇਹ ਬਾਣੀ 'ਚ ਗੁਣ ਦੇ ਅਰਥਾਂ 'ਚ ਵੀ ਆਇਆ ਤੇ ਔਗਣ ਦੇ ਅਰਥਾਂ 'ਚ ਵੀ ਆਇਆ। ਜਿਹੜਾ ਤਾਂ ਰੱਬੀ ਡਰ ਹੈ ਇਹ ਤਾਂ ਗੁਣ ਹੈ, ਜਿਹੜਾ ਦੁਨੀਆ ਦਾ ਡਰ ਹੈ ਇਹ ਔਗਣ ਹੈ। ਮਹਾਰਾਜ ਕਹਿੰਦੇ ਦੁਨੀਆ ਦਾ ਡਰ ਨਹੀਂ ਮੰਨਣਾ, ਪਰਮੇਸ਼ਵਰ ਦਾ ਭੈ ਮੰਨਣਾ ਹੈ, ਰੱਬੀ ਭੈ ਮੰਨਣਾ। ਇੱਥੇ ਜਿਸ ਭੈ ਦੇ ਪੈਦਾ ਹੋਣ ਦੀ ਗੱਲ ਕਰਦੇ ਨੇ ਉਹ ਰੱਬੀ ਭੈ ਹੈ, ਦੁਨੀਆ ਦਾ ਭੈ ਨਹੀਂ। ਗੁਰ ਪਿਆਰਿਓ ਦੁਨੀਆ ਦੇ ਭੈ ਤੋਂ ਤਾਂ ਸਤਿਗੁਰਾਂ ਨੇ ਸਿੱਖ ਨੂੰ ਆਜ਼ਾਦ ਕੀਤਾ, ਸੁਤੰਤਰ ਕੀਤਾ। ਕਹਿੰਦੇ ਗੁਰਮਤੀ ਭਉ ਉਪਜੈ ਭਾਈ, ਗੁਰੂ ਦੀ ਮੱਤ ਦੇ ਉੱਤੇ ਤੁਰਿਆ ਭਉ ਪੈਦਾ ਹੁੰਦਾ ਹੈ। ਕਿਹੜਾ ਭਉ? ਰੱਬੀ ਭੈ। ਭਉ ਕਰਨੀ ਸੱਚ ਸਾਰ। ਤੇ ਇਹ ਜਿਹੜੀ ਭੈ ਦੀ ਕਰਨੀ ਹੈ ਨਾ, ਗੁਰੂ ਦੇ ਭੈ ਦਾ ਜਿਹੜਾ ਕਰਮ ਹੈ, ਇਹ ਕਹਿੰਦੇ ਸਭ ਤੋਂ ਸੱਚਾ ਤੇ ਸ੍ਰੇਸ਼ਟ ਹੈ, ਉੱਤਮ ਹੈ। ਇਹ ਪੈਦਾ ਹੋਣਾ ਚਾਹੀਦਾ ਮਨ ਦੇ ਵਿੱਚ। ਦੱਸਦੇ ਨੇ ਪ੍ਰੇਮ ਪਦਾਰਥ ਪਾਈਐ ਭਾਈ, ਸਚ ਨਾਮ ਆਧਾਰ। ਪ੍ਰੇਮ ਪਦਾਰਥ ਪਾਈਐ ਭਾਈ, ਭਾਈ ਜੇ ਗੁਰੂ ਦਾ ਭੈ, ਰੱਬ ਦਾ ਭੈ, ਵਾਹਿਗੁਰੂ ਦਾ ਭੈ ਪੈਦਾ ਹੋ ਗਿਆ ਨਾ ਤੇ ਪ੍ਰੇਮ ਪਦਾਰਥ ਪਾਇਆ ਜਾ ਸਕਦਾ ਹੈ। ਭਾਈ ਪ੍ਰੇਮ ਪਦਾਰਥ ਮਿਲ ਜਾਂਦਾ ਹੈ। ਸੱਚ ਨਾਮ ਆਧਾਰ, ਜਿਹੜਾ ਸਦਾ ਥਿਰ ਰਹਿਣ ਵਾਲਾ ਪਰਮੇਸ਼ਵਰ ਦਾ ਨਾਮ ਹੈ ਨਾ, ਉਹ ਜ਼ਿੰਦਗੀ ਦਾ ਆਧਾਰ ਹੋ ਜਾਂਦਾ ਹੈ, ਆਸਰਾ ਹੋ ਜਾਂਦਾ ਹੈ। ਜੋ ਸਰਗੁਰ ਸੇਵਾ ਆਪਣਾ ਭਾਈ, ਤਿਨ ਕਹਉ ਲਾਗੋਂ ਪਾਏ। ਦੇਖੋ ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕੀ ਬਚਨ ਕਹਿੰਦੇ। ਕਹਿੰਦੇ ਜੋ ਸਤਿਗੁਰ ਸੇਵਾ ਹੈ ਆਪਣਾ, ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਕਿੰਨੀ ਕੁ ਵਡਿਆਈ ਹੈ ਉਹਨਾਂ ਦੀ, ਕਿੰਨੇ ਕੁ ਮਹਾਨ ਹੈ ਉਹ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੋ ਸਤਿਗੁਰ ਸੇਵਾ ਹੈ ਆਪਣਾ ਭਾਈ, ਉਹ ਭਾਈ ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਸਤਿਗੁਰੂ ਨੂੰ ਮੰਨਦੇ ਨੇ, ਤਿਨ ਕੈ ਹਉ ਲਾਗੋਂ ਪਾਈ। ਕਹਿੰਦੇ ਅਸੀਂ ਉਹਨਾਂ ਦੇ ਚਰਨੀ ਲੱਗ ਜਾਈਏ। ਜੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰ ਦਈਏ ਨਾ ਤਾਂ ਵੀ ਘਾਟੇ ਵਾਲਾ ਸੌਦਾ ਨਹੀਂ, ਜਿਹੜੇ ਸਤਿਗੁਰੂ ਨੂੰ ਮੰਨਦੇ ਨੇ। ਇੰਨੀ ਵੱਡੀ ਵਡਿਆਈ ਹੈ ਸਤਿਗੁਰੂ ਨੂੰ ਮੰਨਣ ਦੀ। ਤੇ ਕਿੰਨੇ ਬਦਨਸੀਬ ਹੈ ਗੁਰੂ ਪਿਆਰਿਓ ਜਿਹੜੇ ਬੇਮੁਖ ਹੋਏ ਤੁਰੇ ਫਿਰਦੇ ਆ, ਆ ਦੇਹ ਧਾਰੀਆਂ ਦੇ ਪਿੱਛੇ ਤੁਰੇ ਫਿਰਦੇ ਆ, ਆ ਡੇਰਿਆਂ 'ਚ ਗੇੜੇ ਕੱਢਦੇ ਤੁਰੇ ਫਿਰਦੇ ਆ। ਕਿੰਨੇ ਬਦਨਸੀਬ ਹੈ ਜਿਹੜੇ ਟੁੱਟੇ ਫਿਰਦੇ ਨੇ, ਨਾਸਤਕ ਹੋਏ ਫਿਰਦੇ ਨੇ, ਜਿਹੜੇ ਕਹਿੰਦੇ ਗੁਰੂ ਦੀ ਲੋੜ ਹੀ ਨਹੀਂ ਸਾਨੂੰ ਕਿਸੇ ਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮਹਾਨ ਪੁਰਖ, ਪਰਮੇਸ਼ਵਰ ਸਰੂਪ, ਉਹ ਕਹਿੰਦੇ ਨੇ, ਕਹਿੰਦੇ ਅਸੀਂ ਕਹਿੰਦੇ ਉਹਦੇ ਚਰਨੀ ਹੱਥ ਲਾ ਦਈਏ ਜੇ ਕੋਈ ਗੁਰੂ ਨੂੰ ਮੰਨਣ ਵਾਲਾ ਤਾਂ। ਇੰਨੀ ਵੱਡੀ ਵਡਿਆਈ ਹੈ। ਜਨਮ ਸਵਾਰੀ ਆਪਣਾ ਪਹਾਈ, ਕੁਲ ਭੀ ਲਈ ਬਖਸਾਏ। ਜਨਮ ਸਵਾਰੀ ਆਪਣਾ ਭਾਈ, ਭਾਈ ਅਸੀਂ ਤਾਂ ਆਪਣਾ ਜਨਮ ਸਵਾਰ ਲਿਆ, ਗੁਰੂ ਨਾਲ ਜੁੜ ਕੇ ਜਨਮ ਸਵਾਰ ਲਿਆ। ਕੁਲ ਭੀ ਲਈ ਬਖਸ਼ਾਏ, ਅਸੀਂ ਤਾਂ ਆਪਣੀ ਕੁਲ ਨੂੰ ਵੀ ਬਖਸ਼ਾ ਲਿਆ ਹੈ। ਸਿੱਖ ਕੁਲ ਬਖਸ਼ਾਉਂਦਾ ਹੈ, ਕੁਲ ਹੀ ਨਹੀਂ ਸਾਰਾ ਜਗਤ ਹੀ ਬਖਸ਼ਾਉਂਦਾ ਹੈ। ਗੁਰੂ ਪਿਆਰਿਓ ਸਰਬੱਤ ਦਾ ਭਲਾ ਮੰਗਦਾ ਹੈ ਸਿੱਖ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਸੱਚ ਬਾਣੀ ਸੱਚ ਸ਼ਬਦ ਹੈ, ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਾਣੀ, ਅਕਾਲ ਪੁਰਖ ਦੀ ਸਿਫਤ ਸਲਾਹ ਦਾ ਸ਼ਬਦ ਸੱਚ ਹੈ ਭਾਈ। ਗੁਰ ਕਿਰਪਾ ਤੇ ਹੋਏ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਗਨ ਨ ਲਾਗੈ ਕੋਏ। ਆਖਰੀ ਪੰਕਤੀ ਗੁਰੂ ਪਿਆਰਿਓ ਬੜੇ ਧਿਆਨ ਦੇ ਨਾਲ ਸੁਣਿਓ। ਕਹਿੰਦੇ ਨਾਨਕ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ,
ਇਹ ਜਿਹੜੇ ਸੰਗਤ 'ਚ ਬੈਠੇ ਨੇ ਸਮਝਾਓ ਇਹਨਾਂ ਨੂੰ ਕਿ ਪੁਰਖੋ ਨਾਮ ਹਰ ਮਨ ਵਸੈ ਭਾਈ। ਉਹ ਭਾਈ ਪੁਰਖੋ ਨਾਮ ਹਰ ਮਨ ਵਸੈ ਭਾਈ। ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਾ, ਇਹ ਮਨ 'ਚ ਵਸ ਜਾਂਦਾ ਹੈ। ਕਿਹਦੇ ਮਨ 'ਚ ਵਸਦਾ? ਜੋ ਸਤਿਗੁਰ ਸੇਵਾ ਹੈ ਆਪਣਾ, ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਜਿਹੜੇ ਗੁਰੂ ਦੀ ਕਿਰਪਾ ਦੇ ਦੁਆਰਾ ਇਸ ਗੱਲ ਨੂੰ ਪ੍ਰਵਾਨ ਕਰ ਲੈਂਦੇ ਨੇ ਕਿ ਸਿਫਤ ਸਲਾਹ ਦੀ ਬਾਣੀ ਸੱਚ ਹੈ, ਪਰਮਾਤਮਾ ਦੀ ਸਿਫਤ ਸਲਾਹ ਦਾ ਸੱਚ ਸ਼ਬਦ ਹੈ, ਉਹਨਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ। ਤੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਲਾਭ ਕੀ ਮਿਲਦਾ ਹੈ? ਕਿਉਂਕਿ ਅਸੀਂ ਸੰਸਾਰੀ ਲੋਕ ਹੈ ਨਾ ਗੁਰੂ ਪਿਆਰਿਓ, ਲਾਭ ਹਾਨੀ ਦੀ ਗੱਲ ਬਹੁਤ ਸੋਚਦੇ ਆ। ਆਹ ਕੰਮ ਕਰਾਂਗੇ ਕੀ ਲਾਭ ਮਿਲੂਗਾ, ਜੇ ਆਹ ਕੰਮ ਨਹੀਂ ਕਰਾਂਗੇ ਤੇ ਕੀ ਨੁਕਸਾਨ ਹੋਊਗਾ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸਾਨੂੰ ਕਹਿੰਦੇ ਆ ਨਾ ਕਿ ਸਤਿਗੁਰੂ ਨਾਲ ਜੁੜੋ, ਸਤਿਗੁਰੂ ਨੂੰ ਮੰਨੋ, ਸਤਿਗੁਰੂ ਦੀ ਸੇਵਾ ਕਰੋ, ਸਤਿਗੁਰੂ ਦੀ ਸੇਵਾ ਉੱਤਮ ਹੈ ਭਾਈ, ਬਾਣੀ ਨਾਲ ਜੁੜੋ, ਬਾਣੀ ਸੱਚੀ ਹੈ ਭਾਈ, ਸ਼ਬਦ ਸੱਚਾ ਹੈ ਭਾਈ। ਤੇ ਮਹਾਰਾਜ ਆਖਰ ਦੇ ਵਿੱਚ ਲਾਭ ਵੀ ਦੱਸਦੇ ਨੇ। ਕਹਿੰਦੇ ਲਾਭ ਇਹ ਹੈ ਕਿ ਤੁਹਾਡੇ ਹਿਰਦੇ 'ਚ ਉਸ ਪਰਮਾਤਮਾ ਨੇ ਖੁਦ ਵਸ ਜਾਣਾ, ਉਹਦਾ ਨਾਮ ਵਸ ਜਾਣਾ ਹੈ, ਖੁਦ ਵਸ ਜਾਣਾ ਉਹਨੇ। ਤੇ ਜੇ ਉਹਦਾ ਨਾਮ ਵਸ ਗਿਆ, ਉਹ ਖੁਦ ਵਸ ਗਿਆ, ਕਹਿੰਦੇ ਤਿਸ ਬਿਘਨ ਨਾ ਲੱਗੈ ਕੋਈ। ਉਹਨੂੰ ਕਹਿੰਦੇ ਕੋਈ ਬਿਘਨ ਨਹੀਂ ਲੱਗਦਾ, ਕੋਈ ਬਿਘਨ, ਰੁਕਾਵਟ ਹੀ ਨਹੀਂ ਪੈਂਦੀ। ਰੁਕਾਵਟਾਂ ਆਉਂਦੀਆਂ ਲੇਕਿਨ ਪਤਾ ਹੀ ਨਹੀਂ ਚੱਲਦਾ ਕਿ ਰੁਕਾਵਟਾਂ ਆਈਆਂ ਕਦੋਂ ਸੀ ਤੇ ਗਈਆਂ ਕਦੋਂ। ਜੇ ਬਿਘਨ ਆ ਵੀ ਜਾਂਦੇ ਨੇ ਤੇ ਪਤਾ ਨਹੀਂ ਲੱਗਦਾ ਕਿ ਕਦੋਂ ਆਈਆਂ ਰੁਕਾਵਟਾਂ ਤੇ ਕਦੋਂ ਚਲੀਆਂ ਗਈਆਂ, ਕਦੋਂ ਬਿਘਨ ਆਏ ਤੇ ਕਦੋਂ ਖਤਮ ਹੋ ਗਏ। ਜਿਹੜਾ ਨਾਮ ਦਾ ਧਾਰਨੀ ਹੋ ਜਾਂਦਾ ਹੈ, ਬੰਦਗੀ ਦਾ ਧਾਰਨੀ ਹੋ ਜਾਂਦਾ ਹੈ, ਭਜਨ ਦਾ ਧਾਰਨੀ ਹੋ ਜਾਂਦਾ ਹੈ। ਇਹ ਸਾਰੀਆਂ ਰੁਕਾਵਟਾਂ ਇਸ ਕਰਕੇ ਗੁਰੂ ਪਿਆਰਿਓ ਸਾਹਮਣੇ ਆ ਖੜੋਂਦੀਆਂ ਨੇ ਜਦੋਂ ਅਸੀਂ ਆਪਣੇ ਗੁਰੂ ਨਾਲੋਂ ਟੁੱਟ ਜਾਂਦੇ ਹਾਂ, ਜਦੋਂ ਅਸੀਂ ਅਕਾਲ ਪੁਰਖ ਨਾਲੋਂ ਟੁੱਟ ਜਾਂਦੇ ਹਾਂ। ਬਾਣੀ ਸਾਨੂੰ ਸਮਝਾਉਂਦੀ ਹੈ, ਸਿੱਖੋ ਜੇ ਬਾਣੀ ਨਾਲ ਜੁੜੋਗੇ, ਜੇ ਕਰਤਾਰ ਨਾਲ ਜੁੜੋਗੇ ਤੇ ਫਿਰ ਕੋਈ ਰੁਕਾਵਟ ਨਹੀਂ ਆਏਗੀ। ਅਸੀਂ ਇਤਿਹਾਸ ਪੜ੍ਹਦੇ ਹਾਂ, ਅਟਕ ਵੀ ਰਸਤਾ ਨਹੀਂ ਸੀ ਰੋਕ ਸਕਿਆ ਖਾਲਸਾ ਪੰਥ ਦਾ। ਕਿਉਂ? ਅਟਕ ਦਰਿਆ ਤਾਂ ਬਹੁਤ ਲੰਬਾ ਚੌੜਾ ਹੈ, ਉਹ ਵਗਦਾ ਵੀ ਬਹੁਤ ਵੇਹ ਦੇ ਨਾਲ ਸੀ। ਰਸਤਾ ਕਿਉਂ ਨਹੀਂ ਰੋਕ ਸਕਿਆ ਸਿੰਘਾਂ ਦਾ? ਕਿਉਂਕਿ ਸਿੰਘਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਅਟੁੱਟ ਭਰੋਸਾ ਸੀ। ਇੰਨਾ ਭਰੋਸਾ ਸੀ, ਇੰਨਾ ਭਰੋਸਾ ਸੀ ਕਿ ਗੁਰੂ ਦੇ ਅੱਗੇ ਅਰਦਾਸ ਕਰਤੀ ਕਿ ਸਤਿਗੁਰੂ ਜੀ ਅਸੀਂ ਅਰਦਾਸ ਕਰਤੀ ਹੈ, ਹੁਣ ਤੁਸੀਂ ਜਾਣੋ ਤੇ ਇਹ ਅਟਕ ਜਾਣੇ। ਹੁਣ ਅਸੀਂ ਤਾਂ ਤੁਹਾਡੇ ਤੇ ਛੱਡਤੀ ਹੈ ਸਾਰੀ ਗੱਲ, ਹੁਣ ਅਟਕ ਦਰਿਆ ਜਾਣੇ ਤੇ ਜਾਂ ਫਿਰ ਤੁਸੀਂ ਜਾਣੋ। ਤੇ ਫਿਰ ਗੁਰੂ ਤਾਂ ਸਮਰੱਥ ਹੈ ਨਾ, ਗੁਰੂ ਨੇ ਗੁਰੂ ਪਿਆਰਿਓ ਅਟਕ ਨੂੰ ਜਿਹੜਾ ਸੀ ਉਹ ਫੇਲ ਕਰਤਾ। ਸਾਡਾ ਤਾਂ ਭਰੋਸਾ ਹੀ ਨਹੀਂ ਗੁਰੂ ਤੇ, ਗੁਰੂ ਤੇ ਵਿਸ਼ਵਾਸ ਹੀ ਨਹੀਂ। ਸੰਘਰਸ਼, ਯੁੱਧ, ਲੜਾਈਆਂ ਸਾਡੀਆਂ ਉਹੀ ਕਾਮਯਾਬ ਹੋਈਆਂ ਨੇ ਜਿਹਦੇ ਵਿੱਚ ਅਸੀਂ ਗੁਰੂ ਨੂੰ ਮੋਹਰੇ ਰੱਖਿਆ। ਜਿੱਥੇ ਅਸੀਂ ਗੁਰੂ ਨੂੰ ਪੱਸੇ ਕਰਤਾ ਉੱਥੇ ਅਸੀਂ ਫੇਲ ਹੀ ਹੋਏ ਹਾਂ ਗੁਰੂ ਪਿਆਰਿਓ, ਖਤਮ ਹੀ ਹੋਏ ਹਾਂ, ਕੁਛ ਨਹੀਂ ਪੱਲੇ ਪਿਆ ਸਾਡੇ। ਸਿੱਖ ਹਮੇਸ਼ਾ ਹੀ ਆਪਣੇ ਗੁਰੂ ਨੂੰ ਮੂਹਰੇ ਰੱਖਦਾ ਹੈ, ਗੁਰੂ ਦੀ ਵਿਚਾਰਧਾਰਾ ਨੂੰ ਮੂਹਰੇ ਰੱਖਦਾ ਹੈ, ਗੁਰੂ ਦੇ ਫਲਸਫੇ ਨੂੰ ਮੂਹਰੇ ਰੱਖਦਾ ਹੈ। ਤੇ ਗੁਰੂ ਦਾ ਜਿਹੜਾ ਫਲਸਫਾ ਹੈ, ਗੁਰੂ ਦੀ ਵਿਚਾਰਧਾਰਾ ਜਿਹੜੀ ਹੈ, ਇਹ ਗੱਲ ਚੇਤੇ ਰੱਖਣੀ ਹੈ ਕਿ ਉਹ ਸਰਬਕਾਲੀ, ਸਰਬਦੇਸ਼ੀ, ਸਰਬਪੱਖੀ, ਸਰਬ ਸਾਂਝੀ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਇਆ ਉਹਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਸੇਧ ਦਿੱਤੀ ਹੈ। ਨਿਸ਼ਚਿਤ ਕੀਤਾ ਸਮਾਂ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸੱਚ ਬਾਣੀ ਸਤ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਪਾਏ, ਤਿਸ ਬਿਘਨ ਨ ਲਾਗੈ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।